ਬਾਬੂ ਰਜ਼ਬ ਅਲੀ ਕਹਿੰਦੇ ਆ ਕਿ ਪੁਲਿਸ ਦਿਆਂ ਟਾਊਟਾਂ ਦੀ ਉਮਰ ਬੜੀ ਥੋੜੀ ਹੁੰਦੀ ਤੇ ਅੱਜ ਜੋ ਕਹਾਣੀ ਹੈ ਉਹ ਪੁਲਿਸ ਦੇ ਮੁਖਬਰ ਦੀ ਹੈ। ਮੁਖਬਰ ਮਤਲਬ ਟਾਊਟ, ਜਿਸਨੇ ਪੁਲਿਸ ਲਈ 7 ਸਾਲ ਤੋਂ ਉੱਪਰ ਕੰਮ ਕੀਤਾ, ਪਰ ਬਦਲੇ ਵਿੱਚ ਉਸ ਨੂੰ ਕੀ ਮਿਲਿਆ, ਉਸ ਦੀ ਜ਼ਿੰਦਗੀ ਕਿਸ ਤਰੀਕੇ ਦੀ ਰਹੀ, ਉਸ ਨਾਲ ਪੁਲਿਸ ਨੇ ਕਿਸ ਤਰੀਕੇ ਦਾ ਵਿਹਾਰ ਕੀਤਾ, ਕਿੰਨੀ ਉਸਨੇ ਕਮਾਈ ਕੀਤੀ ਤੇ ਕਿੰਨਾ ਉਸ ਦਾ ਨੁਕਸਾਨ ਹੋਇਆ। ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਅੱਜ ਇੱਕ ਪੁਲਿਸ ਦੇ ਮੁਖਬਰ ਜੋ ਕਿ 7 ਸਾਲ ਪੁਲਿਸ ਲਈ ਕੰਮ ਕਰ ਚੁੱਕੇ ਆ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ। ਗੱਲਾਂ ਬਾਤਾਂ ਕਰਾਂਗੇ ਕਿ ਪੁਲਿਸ ਮੁਖਬਰ ਨਾਲ ਵਤੀਰਾ ਕਿਸ ਤਰੀਕੇ ਦਾ ਕਰਦੀ ਹੈ ਤੇ ਸਮਾਜ ਵਿੱਚ ਜਿਹੜਾ ਟਾਊਟ ਜਾਂ ਮੁਖਬਰ ਹੁੰਦਾ ਹੈ ਉਹਦਾ ਕੀ ਰੁਤਬਾ ਹੁੰਦਾ। ਮੈਂ ਦਾੜੀ ਦਾ ਫੇਰ ਕੇ ਕਹਿਣਾ ਮੁਖਬਰ ਤੋਂ ਬਿਨਾਂ ਸਮਾਨ ਫੜ ਕੇ ਵਿਖਾ ਦੇਣ ਚਿੱਟਾ ਤੇ ਮੈਂ ਇਹਨਾਂ ਨੂੰ ਕਿਸੇ ਵੀ ਪੁਲਿਸ ਵਾਲੇ ਨੂੰ ਮੰਨੂਗਾ ਜੀ। ਇਹ ਨਸ਼ਾ ਲਵਾ ਕੇ ਮੁਖਬਰੀ ਕਰਾ ਕੇ ਬਾਅਦ ਚ ਵੀ ਛਿੱਤਰ ਮਾਰਦੇ ਜੇ, ਕੁੜੀਆਂ ਦੀਆਂ ਗਾਲਾਂ ਦਿੰਦੇ ਜੇ। ਇਹਨਾਂ ਨੂੰ ਤੁਸੀਂ ਕਿੰਨਾ ਚਿੱਟਾ ਫੜਵਾਤਾ ਹੋਊਗਾ? ਘੱਟ ਤੋਂ ਘੱਟ ਵੀ ਤੇ ਸਾਰੇ ਇਹਨਾਂ ਨੂੰ 50 ਕਿਲੋ ਤੋਂ ਚਿੱਟਾ ਉੱਪਰ ਫੜਾਤਾ ਮੈਂ। 50 ਕਿਲੋ? ਹਾਂਜੀ। ਕਈ ਪੁਲਿਸ ਵਾਲੇ ਇਹੋ ਜਿਹੇ ਕਿ ਬੰਦਿਆਂ ਨੂੰ ਆਪ ਨਸ਼ੇ ਤੇ ਲਾਉਂਦੇ, ਟੀਕੇ ਤੱਕ ਆਪ ਲਾਉਂਦੇ ਆ ਜੀ। ਮੁਖਬਰਾਂ ਤੇ ਇੰਨਾ ਕੁ ਧੱਕਾ ਕਰਦੇ ਜੇ ਫਿਰ ਦੋ ਜ਼ਿਆਦਾ ਸਮਾਨ ਦਿੰਦੇ ਆ, ਸਰਿੰਜਾਂ ਤੱਕ ਨਾਲ ਦਿੰਦੇ ਵੀ ਲਾ ਤੇ ਕੰਮ ਕਰ ਫੜਾ। ਕੰਮ ਹੈਰੋਇਨ ਦਾ ਜੀ ਵੀ ਫੜਾਉਣ ਦਾ। ਕਿੰਨੀ ਫੜਾਈ ਸੀ ਉਦੋਂ? ਮੈਂ ਸਰ ਫੜਾਈ ਇਹਨਾਂ ਨੂੰ 1 ਕਿਲੋ। ਹਾਂਜੀ। ਕਿੰਨੀ ਕੀਮਤ ਹੁੰਦੀ ਹੈ ਕਿਲੋ? 1 ਕਿਲੋ ਦੀ ਸਰ ਇਸ ਵਕਤ ਜਾਰੀਆਂ ਤੇ 1.5 ਕਰੋੜ ਰੁਪਏ। ਫਿਰ ਸੁਖਵਿੰਦਰ ਸਿੰਘ ਨੇ ਇਹੋ ਜਿਹੇ ਕੰਮ ਕੀਤੇ, ਇਹ ਜਿੰਨੀ ਹੈਰੋਇਨ ਹੁੰਦੀ ਸੀ ਉਹ ਵੇਚਦਾ ਰਿਹਾ ਸਰ, ਆਪ ਵੇਚ ਦੇਣੀ। ਤੇ ਮੈਨੂੰ ਕਹਿੰਦਾ ਹੈ ਵੀ ਜੇ ਤੂੰ ਇਹੋ ਜਿਹੀਆਂ ਗੱਲਾਂ ਕੋਈ ਮੂੰਹ ਖੋਲਿਆ ਕਿਸੇ ਦੇ ਤੇ ਤੇਰੇ ਮੈਂ ਗੋਲੀਆਂ ਹੋ ਜੇ, ਤੇਰੇ ਮੈਂ ਗੁਪਤ ਥਾਂ ਗੋਲੀਆਂ ਮਾਰੂੰਗਾ। ਮੈਂ ਤੇ ਕੰਨਾਂ ਨੂੰ ਹੱਥ ਲਾ ਕੇ ਕਹੂੰਗਾ ਵੀ ਪਿੱਛੇ ਹਟ ਜਾਓ, ਚੁੱਪ ਕਰਕੇ ਨਾ ਕਰੋ ਮੁਖਬਰੀ ਜੀ। ਵੀ ਕੰਮ ਤੇ ਕੋਈ ਲਾਉਂਦਾ ਨਹੀਂ, ਕੰਮ ਤੇ ਜਦੋਂ ਅਗਲੇ ਨੂੰ ਪਤਾ ਲੱਗਦਾ ਵੀ ਇਹ ਟੌਟ ਆ ਤੇ ਉਹ ਉੱਥੇ ਕੰਨੀ ਕਤਰਾ ਜਾਂਦਾ ਵੀ ਨਾ ਕੰਮ ਤੇ ਨਹੀਂ ਲਾਉਣਾ। ਤੁਸੀਂ ਉਹਨਾਂ ਦੇ ਸੰਪਰਕ ਵਿੱਚ ਆ ਗਏ ਵੀ ਤੁਸੀਂ ਕਹਿੰਦੇ ਫੜਾਉਣਾ ਸ਼ੁਰੂ ਕਰਤਾ, ਕਿੰਨੇ ਸਮੇਂ ਬਾਅਦ ਚਿੱਟਾ ਲਾਉਣ ਦੀ ਆਦਤ ਪਾਤੀ ਤੁਹਾਨੂੰ? ਮੈਨੂੰ ਸਰ ਦੂਜੇ ਦਿਨ ਹੀ ਇਹਨਾਂ ਲਾਉਣਾ ਸ਼ੁਰੂ, ਤੀਜੇ ਦਿਨ ਹੀ ਕਰਤਾ ਇਹਨਾਂ ਪਰਚਾ ਉਹਦੇ ਤੇ ਦੇਣਾ। ਬੰਦਾ ਵੱਡਾ ਛੱਡ ਦੇਣਾ ਵਾ ਜਿਹੜਾ ਖੁਦ ਮਤਲਬ ਕਿ ਜ਼ਿਆਦਾ ਕ੍ਰਿਮੀਨਲ ਬੰਦਾ, ਉਹਨੂੰ ਬੰਦੇ ਨੂੰ ਛੱਡ ਦੇਣਾ, ਪਾਉਣਾ ਵਾ ਉਹਦੇ ਤੇ ਵੀ ਜਿਹੜਾ ਪੀਂਦਾ ਫੜਿਆ ਗਿਆ। ਜਦੋਂ ਮੁਖਬਰ ਨੇ ਫੜਾਤਾ ਪਹਿਲਾਂ ਇਹਨਾਂ ਜੀ ਕਰਨਾ ਵਾ, ਜਦੋਂ ਮੁਖਬਰ ਨੇ ਸਮਾਨ ਇਹਨਾਂ ਨੂੰ ਫੜਾਤਾ ਮੁੜ ਕੇ ਨਾ ਗਾਲ ਤੋਂ ਸਵਾਲ ਨਹੀਂ ਬੋਲਦਾ। ਜਾਂ ਨਿਕਲ ਜਾ ਇੱਥੋਂ, ਟੋਟੀਆਂ ਕਰਦੇ ਤੁਸੀਂ, ਟੋਟ ਬੰਦਾ ਤੂੰ ਕੋ ਬੰਨਾ। ਕਈ ਬੰਦੇ ਪੈਂਦੇ ਆ ਮਾਰਨ ਵਾਸਤੇ ਜਿਨ੍ਹਾਂ ਨੂੰ ਫੜਾਇਆ, ਜੇ ਉਹ ਕਹਿੰਦੇ ਵੀ ਨਹੀਂ ਛੱਡਣਾ ਤੈਨੂੰ, ਕੋਈ ਕਹਿੰਦਾ ਉੱਥੇ ਆ ਕੇ ਮਾਰੂ, ਕੋਈ ਕਹਿੰਦਾ ਉੱਥੇ ਆ ਕੇ ਮਾਰੂ। ਇੱਥੋਂ ਕਿਸੇ ਦੇ ਮਤਲਬ ਕਿ ਸਮਾਨ ਫੜਿਆ ਗਿਆ, ਉੱਥੋਂ ਮੇਰੇ ਘਰੇ 2-3 ਵਾਰੀ ਗੋਲੀ ਚੱਲੀ ਜੀ। ਐਂਡ ਤੇ ਇਹਨੇ ਮੈਨੂੰ ਜਾ ਕੇ ਤੇ ਇਹੋ ਜਿਹੇ ਦਸੀਏ ਦਿੱਤੇ, ਇੱਕ ਕੋਠੀ ਵੀ ਇਹਨੇ ਮੇਰੇ ਕੋਲ ਪਵਾਲੀ ਤਰਨ ਮੇਰੇ ਨਾਲ ਬਹੁਤ ਜ਼ਿਆਦਾ। ਕਦੀ ਇਹਨੇ ਪੈਸੇ ਫੜਨੇ ਐਰੋ ਫੜ ਕੇ ਮੈਨੂੰ ਵਿਖਾ ਕੇ ਬੁੱਚ ਪਾ ਲੈਣੇ, ਫੜ ਮੈਂ ਕਰਨਾ ਲਿਆ ਹੱਥ ਕਰਨਾ, ਇਹਨੇ ਫੇਰ ਬੁੱਚ ਪਾ ਲੈਣੇ। ਤੇ ਮੈਂ ਤੇ ਖੁਦ ਅੱਜ ਪਛਤਾਉਣਾ ਕਿ ਮੈਂ ਘਰਦੀ ਨੂੰ ਵੀ ਆਪਦੇ ਮਤਲਬ ਕਿ ਘਰਦਿਆਂ ਨੂੰ ਵੀ ਨਸ਼ਰ ਕੀਤਾ, ਕੰਮ ਕਰਨ ਤੇ ਮਜਬੂਰ ਕੀਤਾ ਤੇ ਕੁਝ ਪੱਲੇ ਵੀ ਨਾ ਪਿਆ ਜੀ। ਤੇ ਕੁਝ ਮਤਲਬ ਕਿ ਘਰ ਦੀ ਬਰਬਾਦੀ ਹੋ ਗਈ, ਪਤਾ ਨਹੀਂ ਕਮਰੇ ਕਿਹੜੇ ਵੇਲੇ ਉੱਤੇ ਡਿੱਗ ਪੈਣੇ, ਕੀ ਹੋਣਾ ਵਾ। ਜਿਨ੍ਹਾਂ ਨੇ ਮੈਨੂੰ ਕਿਹਾ ਸੀ ਵੀ ਤੈਨੂੰ ਉਹ ਦੇਵਾਂਗੇ ਆਹ ਦੇਵਾਂਗੇ, ਕਿਸੇ ਨੇ ਕੁਛ ਨਹੀਂ ਦਿੱਤਾ ਜੀ। ਅੱਜ ਉੱਦਾਂ ਹੀ ਆ ਡੱਫ ਵੱਜਦੇ ਫਿਰਦੇ। ਰੋਟੀ ਵੀ ਇੱਕ ਵੇਲੇ ਪਤਾ ਨਹੀਂ ਪੱਕਣੀ ਹੁੰਦੀ ਆ ਕਿ ਨਹੀਂ ਪੱਕਣੀ। ਬਾਬੂ ਰਜ਼ਬ ਅਲੀ ਕਹਿੰਦੇ ਆ ਕਿ ਪੁਲਿਸ ਦੀਆਂ ਟਾਊਟਾਂ ਦੀ ਉਮਰ ਬੜੀ ਥੋੜੀ ਹੁੰਦੀ। ਪੁਲਿਸ ਦੇ ਨਾਲ ਰਲ ਕੇ ਜਿਹੜੇ ਕੰਮ ਕਰਦੇ ਆ, ਪੁਲਿਸ ਕੰਮ ਤੇ ਲਗਾ ਲੈਂਦੀ ਆਪਣੇ ਨਾਲ ਮੁਖਬਰ ਬਣਾ ਕੇ ਜਾਂ ਕੁਝ, ਕਿਤੇ ਨਾ ਕਿਤੇ ਜਾ ਕੇ ਉਹਨਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜਾਂਦਾ। ਉਹਨਾਂ ਦਾ ਨੁਕਸਾਨ ਦੂਜੀ ਧਿਰ ਜੋ ਕਿ ਕ੍ਰਿਮੀਨਲ ਧਿਰ ਹੁੰਦੀ ਹੈ ਉਹ ਵੀ ਕਰਦੀ ਹੈ ਤੇ ਕਿਤੇ ਨਾ ਕਿਤੇ ਪੁਲਿਸ ਵੀ ਕਰ ਜਾਂਦੀ ਹੈ। ਅਜਿਹੀ ਇੱਕ ਮੁਖਬਰ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਨੇ ਪੁਲਿਸ ਵਾਲਿਆਂ ਨੂੰ ਤਾਂ ਸਟਾਰ ਲਵਾਏ ਪਰ ਆਪਣੇ ਘਰ ਨੂੰ ਬਦ ਤੋਂ ਬਦਤਰ ਕਰ ਦਿੱਤਾ। ਆਪਣੇ ਆਪ ਨੂੰ ਚਿੱਟੇ ਦਾ ਜਿਹੜਾ ਪੰਜਾਬ ਨੂੰ ਖਾ ਰਿਹਾ ਚਿੱਟਾ ਉਹ ਵੀ ਆਪਣੇ ਆਪ ਨੂੰ ਲਗਾ ਲਿਆ ਤੇ ਆਪਦੇ ਇਸ ਪਰਿਵਾਰ ਦੀ ਹਾਲਤ ਵੀ ਬੁਰੀ ਕਰ ਦਿੱਤੀ ਤੇ ਅੱਜ ਉਹ ਵਿਅਕਤੀ ਪਛਤਾ ਰਿਹਾ। ਗੱਲਬਾਤ ਕਰਾਂਗੇ, ਸਾਡੇ ਨਾਲ ਵੀਰ ਨੇ, ਰੂੜੇ ਅੰਸਲ ਪਿੰਡ ਹੈ ਤਰਨਤਾਰਨ ਸਾਹਿਬ ਕੋਲੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿਸ ਤਰੀਕੇ ਦੇ ਨਾਲ ਉਹ ਪੁਲਿਸ ਦੇ ਸੰਪਰਕ ਵਿੱਚ ਆਏ, ਕਿਵੇਂ ਉਹਨਾਂ ਨੇ ਮੁਖਬਰੀਆਂ ਕੀਤੀਆਂ, ਕਿਸ ਤਰੀਕੇ ਦੇ ਲੋਕਾਂ ਨੂੰ ਉਹਨਾਂ ਨੇ ਫੜਾਇਆ, ਕਿਹੜੇ ਪੁਲਿਸ ਵਾਲੇ ਉਹਨਾਂ ਤੋਂ
ਬਣ ਗਏ ਤੇ ਉਹ ਖੁਦ ਅੱਜ ਕਿੱਥੇ ਪਹੁੰਚ ਗਿਆ, ਸਾਰੀ ਗੱਲਬਾਤ ਕਰਾਂਗੇ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਹਿਬ ਜੀ। ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਆਪਣਾ ਨਾਮ ਜ਼ਰੂਰ ਦੱਸੋ। ਸਰ ਮੇਰਾ ਨਾਮ ਰਵੀ ਸਿੰਘ ਆ ਜੀ, ਪਿੰਡ ਰੂੜਿਆਂ ਸਰ। ਜੀ ਹਾਂਜੀ, ਤੇ ਬਾਕੀ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਪਹਿਲਾਂ ਸਾਰਿਆਂ ਨੂੰ ਇਹ ਦੱਸੋ ਵੀ ਪਹਿਲਾਂ ਤੁਹਾਡਾ ਇਧਰ ਪੁਲਿਸ ਨਾਲ ਟੱਚ ਹੋਣ ਤੋਂ ਮੁਖਬਰਬੰਦ ਪਹਿਲਾਂ ਕੀ ਕੰਮ ਕਰਦੇ? ਮੈਂ ਪਹਿਲਾਂ ਸਰ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਜੀ। ਰਾਜ ਮਿਸਤਰੀ ਦਾ ਕੰਮ ਕਰਦਾ ਕਰਦਾ ਇਦਾਂ ਮੇਰੇ ਸਹੁਰੇ ਆਈ ਦਿਆਲਪੁਰ ਦੇ ਲਾਗੇ ਜੀ ਭੈਣੀ ਗੁਰਮੁਖ ਸਿੰਘ ਵਾਲੀ। ਜੀ ਉੱਥੇ ਮੈਂ ਉਹ ਬਾਬਾ ਜੀ ਦਾ ਬਾਬਾ ਉਹ ਖੇਡ ਦਿੰਦਾ ਵਾ ਜੀ, ਬਾਬਾ ਲਖਵਿੰਦਰ ਸਿੰਘ। ਜੀ ਉੱਥੇ ਉਹਦੇ ਕੋਲ ਕੰਮ ਕਰਦਾ ਸੀ, ਮੈਂ ਉਹਦਾ ਦਰਬਾਰ ਹੀ ਬਣਾਉਂਦਾ ਸੀ। ਇਹ ਵੀ ਉੱਥੇ ਜਿਹੜਾ ਬਾਬਾ ਵਾ ਇਹ ਮਤਲਬ ਕਿ ਸੁਖਵਿੰਦਰ ਸਿੰਘ ਹੈ ਜੀ, ਇਹ ਉੱਥੇ ਜਾਂਦਾ ਹੁੰਦਾ ਸੀ। ਸੁਖਵਿੰਦਰ ਸਿੰਘ ਕੌਣ? ਪੁਲਿਸ ਦੇ ਵਿੱਚ ਹੈ ਜਿਹੜਾ ਜੀ, ਜੀ ਮਤਲਬ ਕਿ ਹੈਗਾ ਸਿਪਾਹੀ ਸੀ ਉਦੋਂ ਜੀ, ਠੀਕ ਹੈ ਪਿੰਡ ਜਮਸਤਪੁਰਾ ਪਿੰਡ ਇਹਦਾ। ਜੀ ਜਾਂਦਾ ਹੁੰਦਾ ਸੀ ਤੇ ਇਸ ਤਰ੍ਹਾਂ ਗੱਲ ਹੋਈ ਕਿ ਉਹ ਬਾਬਾ ਜੀ ਕਹਿਣ ਲੱਗੇ ਕਿ ਮੁਲਾਜ਼ਮ ਆ ਤੇ ਇਹਨਾਂ ਨੂੰ ਕੋਈ ਨਾ ਕੋਈ ਕੰਮ ਦਾ ਮਤਲਬ ਕਿ ਦੱਸੋ ਵੀ ਇਹਨੂੰ ਕੰਮ ਦਿਆ ਕਰੋ, ਕੋਈ ਚਿੱਟਾ ਫੜਾਓ, ਕੋਈ ਵੀ ਚੀਜ਼ ਨਸ਼ੀਲਾ ਪਦਾਰਥ ਹੈ ਜੋ ਵੀ ਇਹਨੂੰ ਫੜਾਓ ਵੀ ਆਪਣੇ ਵੀ ਇਹ ਬੰਦੇ ਨੂੰ ਆਪਾਂ ਕੰਮ ਦੇਣਾ ਬਸ ਜੀ। ਅਸੀਂ ਫਿਰ 5-6 ਜਣੇ ਉੱਠੇ ਜੀ, ਕੁਝ ਬਾਬੇ ਨੇ ਜਾਣ ਕੇ ਹੀ ਮਤਲਬ ਕਿ ਆਪਣੀ ਚਾਲ ਨਾਲ ਠਾਤੇ ਵੀ ਮੈਨੂੰ ਪਸੰਦ ਆ ਕਰਕੇ ਜਾਂ ਕਿਸ ਤਰ੍ਹਾਂ। ਉਹ ਸਾਰੇ ਬੰਦੇ ਪਿੱਛੇ ਹਟ ਗਏ ਜੀ, ਮੈਨੂੰ ਉਹਨੇ ਆਪਦੇ ਨਾਲ ਲਾ ਲਿਆ ਪੱਕਾ। ਮੁੜ ਕੇ ਫਿਰ ਮੈਨੂੰ ਹੌਲੀ ਹੌਲੀ, ਮੈਂ ਨਸ਼ਾ ਕੋਈ ਨਹੀਂ ਜੀ ਕਰਦਾ ਤੇ ਨਸ਼ਾ ਮੈਨੂੰ ਆਂਦਾ ਵੀ ਕਿਤੇ ਲਾ ਕੇ ਵੇ ਮਾਸਾ, ਜਦੋਂ ਤੂੰ ਜਾਣਾ ਨਾ ਵਾ ਤੈਨੂੰ ਕਿਤੇ ਵੀ ਕੰਮ ਤੇ ਘਲਾਈਏ ਤੇ ਦਲੇਰੀ ਹੋ ਜੂਗੀ। ਪੁਲਿਸ ਵਾਲੇ ਆਂਦੇ? ਹਾਂਜੀ, ਪੁਲਿਸ ਵਾਲੇ ਸੁਖਵਿੰਦਰ ਸਿੰਘ ਨੇ ਆਪ ਕਿਹਾ ਜੀ। ਇਹਦੇ ਮੈਂ ਘਰੇ ਸੀ ਤੇ ਫਿਰ ਮੈਂ ਕਿਹਾ ਵੀ ਵੇਖ ਲੈਨੇ ਜੀ। ਇਹਨੇ ਮੈਨੂੰ ਨੱਕ ਦੇ ਵਿੱਚ ਪਾਉਂਦਾ ਰਿਹਾ ਆਪ ਪਹਿਲਾਂ ਮੇਰੇ ਜੀ। ਠੀਕ ਹੈ। ਨੱਕ ਦੇ ਵਿੱਚ ਪਾਉਣਾ ਤੇ ਮੈਨੂੰ ਵੀ ਥੋੜਾ ਜਿਹਾ ਹੋਣਾ ਵੀ ਬੜਾ ਵਧੀਆ ਰਹਿਣਾ, ਮੈਂ ਭੱਜੇ ਫਿਰਨਾ ਜਾਣਾ ਆਉਣਾ ਜੀ, ਕਦੀ ਕਿੱਧਰ ਮੋਟਰਸਾਈਕਲ ਤੇ ਬੜੀ ਦੂਰ ਦੂਰ ਭੱਜੇ ਫਿਰਨਾ। ਫਿਰ ਹੌਲੀ ਹੌਲੀ ਕਹਿੰਦਾ ਵੀ ਤੂੰ ਇਸ ਤਰ੍ਹਾਂ ਲਾਇਆ ਕਰ ਜਿੱਦਾਂ ਆਮ ਲੋਕੀ ਲਾਉਂਦੇ ਪੇਪਰ ਤੇ। ਮੈਂ ਪੇਪਰ ਤੇ ਲਾਉਣਾ ਸ਼ੁਰੂ ਕਰਤਾ ਜੀ। ਮੈਂ ਤੇ ਵੇਖਿਆ ਵੀ ਕਦੀ ਨਹੀਂ, ਮੈਂ ਤੇ ਇੱਥੋਂ ਤੱਕ ਕਿ ਸ਼ਰਾਬ ਤੋਂ ਵੀ ਨਫ਼ਰਤ ਕਰਦਾ ਨਾ, ਇਹੋ ਜਿਹਾ ਇਨਸਾਨ। ਫਿਰ ਹੌਲੀ ਹੌਲੀ ਮੈਂ ਪੇਪਰ ਤੇ ਲਾਉਣ ਲੱਗ ਪਿਆ ਸਰ। ਪੇਪਰ ਤੇ ਲਾਉਂਦਾ ਫਿਰ ਇਹਨੇ ਜਦੋਂ ਇਹਨੂੰ ਮੈਂ ਆਖਣਾ ਵੀ ਜਦੋਂ ਇਹਦਾ ਕੰਮ ਕਰਕੇ ਆਉਣਾ ਕੋਈ ਵੀ ਮੈਨੂੰ ਤੂੰ ਦੇ ਦੇ, ਰਾਤ ਨੂੰ ਮੈਂ ਜਾ ਕੇ ਲਾ ਕੇ ਤੜਕੇ ਤੇ ਤੇਰੇ ਕੋਲ ਕੰਮ ਕਰਨ ਆ ਜੂ। ਇਹਨੇ ਹਨਾ ਨਾ 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 ਇੱਥੇ ਮੇਰੇ ਘਰੇ ਆਣ ਕੇ ਲਾਉਣਾ ਤੂੰ ਤੇ ਘਰ ਲਈ ਨਹੀਂ ਦੇਣਾ ਤੈਨੂੰ, ਘਰ ਲਈ ਨਹੀਂ ਦੇਣਾ ਜੀ। ਜਦੋਂ ਮੈਂ ਘਰੇ ਜਾਣਾ ਸਵੇਰੇ ਇੱਧਰੋਂ ਕਈ ਵਾਰੀ ਸਿਆਲੀ ਦਿਨ ਹੋਣੇ ਧੁੰਦਾਂ ਦੇ ਵਿੱਚ ਤੜਕੇ 6 ਵਜੇ 5 ਵਜੇ ਜਾ ਕੇ ਇਹਦਾ ਬੂਹਾ ਖਟਖਟਾਉਣਾ ਵੀ ਉੱਠੋ ਜੀ। ਇਹਨੇ ਉੱਠਣਾ, ਇਹਨੇ ਦੇ ਕੇ ਮੈਨੂੰ ਪਾ ਕੇ ਪੇਪਰ ਤੇ ਸਮਾਨ, ਇਹਨੇ ਕਹਿਣਾ ਵੀ ਬਹਿ ਜਾ ਚ ਬਰਾਂਡੇ 'ਚ। ਤੇ ਫਿਰ ਨਾਲੇ ਵੀ ਚੂੜਿਆ ਚਾੜਿਆ ਬੜਾ ਕੁਝ ਇਹਨੇ ਮਿਲ ਕੇ ਗੱਲਾਂ ਕਰਨੀਆਂ, ਤੂੰ ਇਸੇ ਵਾਹਣਾ ਵਾ ਉਹ ਆ ਜਾਓ ਆ। ਤੇ ਮੈਂ ਫਿਰ ਬਰਾਂਡੇ 'ਚ ਬਹਿਣਾ ਜੀ, ਲਾਉਣਾ ਲਾ ਕੇ ਇਹਨੇ ਹਣਾ ਵੀ ਲੈ ਪੀ ਚਾਹ ਤੇ ਹੁਣ ਕੰਮ ਤੇ ਤੁਰ ਪਾਈ। ਮੈਂ ਫਿਰ ਜਾਣਾ ਇਹਨੂੰ ਵੱਧ ਤੋਂ ਵੱਧ ਜਿੱਥੋਂ ਤੱਕ ਮਿਲ ਕੇ ਇਹਨੂੰ ਕੰਮ ਆਪਣੀ ਜਾਨ ਤੇ ਹੀਲ ਕੇ, ਜਿੱਥੋਂ ਅੱਗਿਓਂ ਇਹਦੇ ਬਦਲੇ ਕਈ ਵਾਰੀ ਮੇਰੇ ਤੇ ਕਈ ਕੁਛ ਹੋਇਆ ਜੀ, ਮਰਨ ਮਰਾਉਣ ਦਾ ਵੀ ਮਿਲ ਕੇ ਬਹੁਤ ਜ਼ਿਆਦਾ ਮੇਰੇ ਬੰਦੇ। ਇਹ ਆਪ ਹੀ ਮੈਨੂੰ ਸਰ ਕੰਮ ਤੇ ਜਿਨ੍ਹਾਂ ਕੋਲੋਂ ਮਿਲ ਕੇ ਕੰਮ ਇਹਨੇ ਕਰਨਾ, ਜਿਨ੍ਹਾਂ ਨੂੰ ਪੜ੍ਹਨਾ ਬੰਦਿਆਂ ਨੂੰ, ਉਹਨਾਂ ਨੂੰ ਆਪ ਹੀ ਦੱਸ ਦੇਣਾ। ਇੱਦਾਂ ਹੀ ਮੇਰੇ ਪਿੰਡ ਦੀ ਗੱਲ ਆਈ ਰੂੜਿਆਂ ਅਸਲ ਦੀ। ਇੱਥੋਂ ਮੋਟਰਸਾਈਕਲ ਫੜੇ ਗਏ, ਦਰਸ਼ਨ ਸਿੰਘ ਆ ਸਾਡੇ ਬਾਹਰ ਬਾਬੇ ਕਾਲੇ ਮਾਰ ਲਾਗੇ ਬਹਿ ਗਈ, ਉਹਦੇ ਕੋਲੋਂ ਮੋਟਰਸਾਈਕਲ ਫੜੇ ਗਏ ਦੋ, ਉਹਨਾਂ ਦੇ ਪਤਾ ਨਹੀਂ ਚੋਰੀ ਦੇ ਕਿ ਕਿੱਦਾਂ, ਤੇ ਮੈਨੂੰ ਤੇ ਪਤਾ ਵੀ ਨਹੀਂ ਇਸ ਗੱਲ ਦਾ। ਉਹ ਆਂਦੇ ਵੀ ਚੱਲ ਤੇਰਾ ਖਰਚਾ ਪਾਣੀ ਕਰ ਦਿਆਂਗੇ ਸੁਖਵਿੰਦਰ ਸਿੰਘ ਜੀ, ਇੰਜ ਕਰ ਵੀ ਸਾਨੂੰ ਮੁਖਬਰ ਦਾ ਤੇ ਨਾਂ ਦੱਸ ਕਿੰਨੇ। ਇਹ ਆਂਦਾ ਵੀ ਇੱਕ ਹੀ ਆ, ਤੁਹਾਨੂੰ ਪਤਾ ਪਿੰਡ ਦੇ ਵਿੱਚ ਕਿਹੜਾ ਬੰਦਾ, ਇੱਕ ਹੀ ਬੰਦਾ ਵਾ ਵੀ ਜਿਹੜਾ ਇਹ ਤੁਹਾਨੂੰ ਫੜਾ ਸਕਦਾ, ਉਹਦੇ ਕਿਹੜਾ? ਆਂਦਾ ਵੀ ਰਵੀ। ਉਹ ਜੀ ਮੇਰੇ ਬਹੁਤ ਜ਼ਿਆਦਾ ਵੈਰ ਪੈ ਰਹੇ, ਮੈਨੂੰ ਇੱਥੋਂ ਤੱਕ ਕਹਿੰਦੇ ਰਹੇ ਵੀ ਤੂੰ ਸਾਨੂੰ ਸਾਡੇ ਮੋਟਰਸਾਈਕਲ ਫੜਾ ਤੇ, ਜਿੱਥੋਂ ਤੱਕ ਕਿ ਮੈਨੂੰ ਮੋਟਰਸਾਈਕਲਾਂ ਦਾ ਪਤਾ ਵੀ ਨਹੀਂ ਜੀ। ਇਹਨੇ ਆਪ ਹੀ ਇਹਨੇ ਬੜੀ ਦੂਰ ਦੂਰ ਤੱਕ ਕੰਮ ਕੀਤਾ। ਇੱਕ ਜਿੰਦਾ ਲੌਕਿਆਂ ਦਾ ਹੀ, ਉਹਦੇ ਕੋਲੋਂ ਸਮਾਨ ਫੜਿਆ ਅੰਮ੍ਰਿਤਸਰ ਜਾ ਕੇ 250 ਗ੍ਰਾਮ। ਚਲੋ ਮੈਨੂੰ ਤੇ ਜਦੋਂ ਇਹਨਾਂ ਨੇ ਚੀਜ਼ ਕੋਈ ਫੜ ਲੈਣੀ ਉਦੋਂ ਆਖਣਾ ਕਿਹੜਾ ਸਮਾਨ, ਕਿੱਥੇ ਕੁਝ ਨਹੀਂ, ਇਹਦੋਂ ਕਦੇ ਫੜਿਆ ਹੀ ਨਹੀਂ ਗਿਆ ਕੁਝ। ਨਾ 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 ਜੀ, ਕਿੱਥੇ ਫੜਿਆ ਗਿਆ। ਤੇ ਵੱਧ ਤੋਂ ਵੱਧ ਜਿੰਨੀ ਪੁਲਿਸ ਜੇ ਕਈ ਸਾਰੇ ਪੁਲਿਸ ਵਾਲੇ ਸਰ ਇੱਕੋ ਜਿਹੇ ਵੀ ਨਹੀਂ ਹੁੰਦੇ, ਤੇ ਪਰ ਇਹ ਜਿਹੜੇ ਕਈ ਪੁਲਿਸ ਵਾਲੇ ਇਹੋ ਜਿਹੇ ਕਿ ਬੰਦਿਆਂ ਨੂੰ ਆਪ ਨਸ਼ੇ ਤੇ ਲਾਉਂਦੇ, ਟੀਕੇ ਤੱਕ ਆਪ ਲਾਉਂਦੇ ਆ ਜੀ। ਮੁਖਬਰ ਨੂੰ ਟੀਕਾ ਤੱਕ ਲਾ ਕੇ ਕਹਿੰਦੇ ਆ ਵੀ ਚਲੋ ਕਰੋ ਕੰਮ, ਸਮਾਨ ਘਰਾਂ 'ਚ ਦੇ ਕੇ ਆਉਂਦੇ ਰਹੇ। ਇਹ ਵੀ ਮੇਰੇ ਘਰ ਤੱਕ ਇਹਨੂੰ ਮੈਂ ਬੜੀ ਰਿਕਵਰੀ ਕਰਾਈ ਹੈ ਜੀ ਸਮਾਨ ਦੀ, ਬਹੁਤ ਜ਼ਿਆਦਾ। ਬਸ ਇਹਦਾ ਇੱਕ ਹੀ ਮਤਲਬ ਹੁੰਦਾ ਸੀ
ਰਵੀ ਸਿੰਘ ਤੈਨੂੰ ਪੈਸੇ ਦੇਣੇ ਆ, ਤੂੰ ਮੈਨੂੰ ਪਤਾ ਚਿੱਟਾ ਪੀ ਜਾਣਾ। ਇਹਨੇ ਕਦੀ ਮੇਰੇ ਨਾਲ ਲੱਖ ਰੁਪਈਆ ਪੈਕਟ ਦਾ ਕਰ ਲੈਣਾ ਵੀ ਮੈਨੂੰ ਤੂੰ ਪੈਕਟ ਫੜਾ ਦੇ, ਤੈਨੂੰ ਮੈਂ ਲੱਖ ਰੁਪਈਆ ਦਊਂਗਾ। ਕਦੀ ਤੈਨੂੰ ਮੈਂ 50,000 ਦਊਂ, ਇੰਨੇ ਦਾ ਤੂੰ ਫੜਾ ਉੱਥੋਂ। ਮੈਂ ਆਪਣੀ ਜਾਨ ਤੇ ਹਿਲ ਕੇ ਮੇਰੇ ਘਰ ਦੀ ਨੇ ਵਾਸਤਾ ਪਾਉਣੇ ਵਿਚਾਰੀ ਗੋਹਾ ਇੱਥੇ 5-7 ਘਰਾਂ ਦਾ ਗੋਹਾ ਕਰਕੇ ਤੇ ਉਹਨੇ ਬੱਚਿਆਂ ਨੂੰ ਖਵਾਉਣਾ ਕਰਨਾ। ਤੇ ਮੈਂ ਤੇ ਖੁਦ ਅੱਜ ਪਛਤਾਉਣਾ ਕਿ ਮੈਂ ਘਰ ਦੀ ਨੂੰ ਵੀ ਆਪਦੇ ਮਤਲਬ ਕਿ ਘਰਦਿਆਂ ਨੂੰ ਵੀ ਨਸ਼ਰ ਕੀਤਾ, ਕੰਮ ਕਰਨ ਤੇ ਮਜਬੂਰ ਕੀਤਾ ਤੇ ਕੁਝ ਪੱਲੇ ਵੀ ਨਾ ਪਿਆ ਜੀ। ਇਹਨੇ ਮਤਲਬ ਮੈਨੂੰ ਕੋਈ ਦਿੱਤਾ ਵੀ ਨਾ, ਇਹਨੂੰ ਮੈਂ ਘਰੇ ਲਾਰਾ ਲੱਗ ਜਾਣਾ ਵੀ ਅੱਜ ਵਾਧੂ ਪੈਸੇ ਲੈ ਆਉਣੇ ਮੈਂ, ਤੂੰ ਟੈਨਸ਼ਨ ਨਹੀਂ ਲੈਣੀ, ਪੈਸੇ ਮੈਂ ਵਾਧੂ ਲੈਣੇ ਅੱਜ, ਤੂੰ ਫਿਕਰ ਨਾ ਕਰਕੇ ਇਹ ਗੱਲ ਦਾ। ਪਰ ਇਹਨੇ ਸਰ ਐਂਡ ਤੱਕ 2013-14 ਤੋਂ ਲੱਗਾ ਜੀ ਇਹਦੇ ਨਾਲ ਮੈਂ ਕੰਮ ਕਰਨਾ, 20 ਤੱਕ ਕੰਮ ਕਰਦਾ ਰਿਹਾ। ਐਂਡ ਤੇ ਇਹਨੇ ਮੈਨੂੰ ਜਾ ਕੇ ਤੇ ਇਹੋ ਜਿਹੇ ਦਸੀਏ ਦਿੱਤੇ, ਇੱਕ ਕੋਠੀ ਵੀ ਇਹਨੇ ਮੇਰੇ ਕੋਲ ਪਵਾ ਲਈ ਤਰਨ ਜਿਹੜੀ ਮਤਲਬ ਕਿ ਵਧੀਆ ਕੋਠੀ ਪਵਾ ਕੇ ਫਿਰ ਇਹਨੇ ਇਹੋ ਜਿਹੇ ਮੈਨੂੰ ਦਸੀਏ ਦਿੱਤੇ ਨਾ ਕਿ ਉਹੋ ਜਿਹੇ ਦਸੀਏ ਤੇ ਮੈਨੂੰ ਉਮੀਦ ਵੀ ਕੋਈ ਸਮਾਨ ਕਿਸੇ ਕੋਈ ਚੀਜ਼ ਕੋਈ ਫੜੀ ਹੋਵੇ ਉਹਨੂੰ ਵੀ ਨਹੀਂ ਦਿੰਦਾ ਕੋਈ। ਕੀ ਕੀਤਾ ਤੁਹਾਡੇ ਨਾਲ? ਵੀ ਸਰ ਇਹਨੇ ਵੀ ਮੇਰੇ ਨਾਲ ਬਹੁਤ ਜ਼ਿਆਦਾ, ਕਦੀ ਇਹਨੇ ਪੈਸੇ ਫੜਨੇ ਐਰੋ ਫੜ ਕੇ ਮੈਨੂੰ ਵਿਖਾ ਕੇ ਬੁੱਚ ਪਾ ਲੈਣੇ, ਫੜ ਮੈਂ ਕਰਨਾ ਲਿਆ ਹੱਥ ਕਰਨਾ, ਇਹਨੇ ਫੇਰ ਬੁੱਚ ਪਾ ਲੈਣੇ, ਚੱਲ ਜਾ। ਫੇਰ ਚਨਾਈਆਂ ਮੇਰੇ ਨਾਲ ਇਹੋ ਜਿਹੇ ਕੰਮ ਕਰਨੇ ਵੀ ਕੁਝ ਮੈਂ ਹੁਣ ਦੇ ਸਾਰਾ ਕੁਝ ਦੱਸ ਵੀ ਨਹੀਂ ਸਕਦਾ। ਇਹਨਾਂ ਧੱਕਾ ਕੀਤਾ? ਹਾਂਜੀ, ਇਹਨਾਂ ਧੱਕਾ ਕੀਤਾ। ਫਿਰ ਇਹ ਜੇ ਮਤਲਬ ਕਿ ਬਿਲਕੁਲ ਸੱਚਾਈ ਤੇ ਆ, ਸਭ ਤੋਂ ਵੱਧ ਹਰਮੰਦਰ ਸਾਹਿਬ ਆ, ਦਰਬਾਰ ਸਾਹਿਬ, ਜੇ ਕਵੇ ਵੀ ਮੈਂ ਸੱਚਾ ਵਾਂ ਤੇ ਉੱਥੇ ਚੱਲ ਜੇ, ਮੈਂ ਇਹਦੀ ਸੱਚਾਈ ਨੂੰ ਮੰਨੂਗਾ ਜੀ। ਬਾਕੀ ਪੁਲਿਸ ਦੇ ਜ਼ਿਆਦਾ ਤੋਂ ਜ਼ਿਆਦਾ ਧੱਕਾ ਹੀ ਕਰਦੀ ਜੀ, ਮੁਖਬਰਨਾਂ ਤੇ ਇੰਨਾ ਕੁ ਧੱਕਾ ਕਰਦੇ ਜੇ, ਫਿਰ ਦੋਨ ਜ਼ਿਆਦਾ ਸਮਾਨ ਦਿੰਦੇ ਆ, ਸਰਿੰਜਾਂ ਤੱਕ ਨਾਲ ਦਿੰਦੇ ਵੀ ਲਾ ਤੇ ਕੰਮ ਕਰ ਪੜਾ। ਹਾਂਜੀ, ਇਹ ਸਮਾਨ ਕਿਉਂ ਲਵਾਉਂਦੇ ਆ ਤੁਹਾਨੂੰ ਸਮਾਨ? ਉਹਨਾਂ ਨੂੰ ਕੀ ਲੋੜ? ਆਪ ਸਰ ਤਾਂ ਲਵਾਉਂਦੇ ਕਿ ਜਦੋਂ ਜਾਂਦੇ ਆ ਇਹਨਾਂ ਦੇ ਦਲੇਰੀ ਹੋਵੇ ਜੀ ਤੇ ਕੋਈ ਸਾਨੂੰ ਹੱਥ ਪਾਉਣ ਤੋਂ ਮਤਲਬ ਕਿ ਅਸੀਂ ਨਾ ਪਾਈਏ, ਫਿਰ ਇਹਨਾਂ ਕਹਿਣਾ ਫੜ ਲਈ ਬੰਦੇ ਨੂੰ, ਤੂੰ ਫੜ ਕੇ ਰੱਖੀ। ਇਹ ਤੇ ਇਹੋ ਜਿਹੇ ਮੁਖਬਰ ਤੋਂ ਬਿਨਾਂ ਇਹ ਕੰਮ ਕਦੀ ਇਹ ਮੈਨੂੰ ਕਹਿਣ, ਮੈਂ ਦਾੜੀ ਦਾ ਤਫੇਰ ਕੇ ਕਹਿਣਾ ਮੁਖਬਰ ਤੋਂ ਬਿਨਾਂ ਇਹ ਸਮਾਨ ਫੜ ਕੇ ਵਿਖਾ ਦੇਣ ਚਿੱਟਾ, ਤੇ ਮੈਂ ਇਹਨਾਂ ਨੂੰ ਕਿਸੇ ਵੀ ਪੁਲਿਸ ਵਾਲੇ ਨੂੰ ਮੰਨੂਗਾ ਜੀ। ਮੁਖਬਰ ਤੋਂ ਬਿਨਾਂ ਨਹੀਂ ਫੜਿਆ ਜਾਂਦਾ? ਨਹੀਂ ਕਦੀ ਫੜ ਸਕਦੇ ਜੀ। ਮੁਖਬਰ ਜਾਊਗਾ, ਮੁਖਬਰ ਹੀ ਉੱਥੇ ਜਾ ਕੇ ਸਾਰੀ ਮਤਲਬ ਕਿ ਕਰੂਗਾ ਜੋ ਕੁਝ ਕਰਨਾ ਵਾ, ਰੈਕੀ ਕਰੂਗਾ, ਜਿੱਦਾਂ ਵੀ ਫਿਰ ਤੁਰ ਪਤਾ ਲੱਗੂਗਾ ਫਿਰ ਕਰੂਗਾ, ਨਹੀਂ ਤੇ ਕੁਝ ਨਹੀਂ ਕਰ ਸਕਦੇ ਸਾਰੇ। ਹਾਂ, ਬਾਅਦ ਚ ਜਦੋਂ ਮੁਖਬਰ ਨੇ ਫੜਾਤਾ, ਪਹਿਲਾਂ ਇਹਨਾਂ ਜੀ ਕਰਨਾ ਵਾ, ਜਦੋਂ ਮੁਖਬਰ ਨੇ ਸਮਾਨ ਇਹਨਾਂ ਨੂੰ ਫੜਾਤਾ ਮੁੜ ਕੇ ਨਾ ਗਾਲ ਤੋਂ ਸਵਾਰ ਨਹੀਂ ਬੋਲਣਾ, ਕੁੜੀ ਦੀ ਗਾਲ ਕੱਢਣੀ। ਇਹ ਖੁਦ ਮੈਨੂੰ ਪੁਲਿਸ ਵਾਲੇ, ਮੈਂ 20 ਜਾ ਕੇ ਦਰਖਾਸਤਾਂ ਦਿੱਤੀਆਂ ਵੀ ਸੁਖਵਿੰਦਰ ਸਿੰਘ ਨੇ ਮੇਰੇ ਨਾਲ ਆਹ ਕੀਤਾ ਸੁਖਵਿੰਦਰ ਸਿੰਘ ਨੇ। ਉਹ ਕੋਈ ਨਹੀਂ ਮੁਲਾਜ਼ਮ ਭਰਾ, ਜਾ ਨਿਕਲ ਜਾ ਇੱਥੋਂ, ਭੈਣ ਚੋ ਟੋਟੀਆਂ ਕਰਦੇ ਤੁਸੀਂ, ਟੋਟ ਬੰਦਾ ਤੂੰ ਕੋ ਬੰਨਾ, ਇਹੋ ਜਿਹੇ ਕੰਮ ਕਰੀ ਦੇ, ਇੰਨਾ ਨਸ਼ਰ ਕਰਦੇ ਜੀ। ਫਿਰ ਮਜਬੂਰੀ ਕੀ ਨਾ, ਅਸੀਂ ਨਹੀਂ ਜਾਂਦੇ, ਮਜਬੂਰੀ ਕਿ ਜਿਹੜੀ ਹੁਣ ਨਸ਼ੇ ਦੀ ਲੱਤ ਲੱਗੀ ਇਹ ਤੇ ਖਿੱਚ ਕੇ ਕੱਢਦੀ ਜ਼ਬਰਦਸਤੀ, ਮਜਬੂਰ ਹੁੰਦਾ ਬੰਦਾ ਸਰ, ਕੀ ਕਰੇ। ਅੱਛਾ, ਮਤਲਬ ਖੁਦ ਪਹਿਲਾਂ ਮੁਖਬਰੀਆਂ ਕਰਾ ਕੇ ਬਾਅਦ ਚ ਕਹਿੰਦੇ ਚੱਲ ਟਾਊਟ ਬੰਦਾ, ਤੇਰਾ ਕੀ ਵੈਲਿਊ? ਹਾਂ, ਕੋਈ ਵੈਲਿਊ ਨਹੀਂ, ਕੁਝ ਨਹੀਂ ਜੀ। ਇੱਥੇ ਤੱਕ ਛਿੱਤਰ ਮਾਰਨ ਤੱਕ ਜਾਂਦੇ ਸਾਰਾ। ਤੇ ਕਈ ਬੰਦੇ ਇਹੋ ਜਿਹੇ ਵੀ ਰੱਬ ਦੇ ਭਗਤ ਹੈਗੇ ਆ, ਮੈਂ ਉਹਨਾਂ ਦਾ ਨਾਂ ਨਹੀਂ ਲੈਣਾ, ਥਾਣੇਦਾਰ ਮਤਲਬ ਕਿ ਸਬ ਇੰਸਪੈਕਟਰ ਹੈਗੇ, ਪਤਾ ਨਹੀਂ, ਮੈਂ ਉਹਨੂੰ ਬੰਦੇ ਨੂੰ ਇੱਕ ਹੀ ਕੰਮ ਕੀਤਾ ਸੀ, ਪਰ ਬਹੁਤ ਬੰਦੇ ਚੰਗੇ ਤੇ ਮਤਲਬ ਕਿ ਵਧੀਆ ਤਰ੍ਹਾਂ ਡੀਲ ਕਰਦੇ ਬੰਦੇ ਨਾਲ। ਇਹਨਾਂ ਨੂੰ ਤੁਸੀਂ ਕਿੰਨਾ ਚਿੱਟਾ ਫੜਵਾਤਾ ਹੋਊਗਾ? ਘੱਟ ਤੋਂ ਘੱਟ ਵੀ ਤੇ ਸਾਰੇ ਇਹਨਾਂ ਨੂੰ 50 ਕਿਲੋ ਤੋਂ ਚਿੱਟਾ ਉੱਪਰ ਫੜਾਤਾ ਮੈਂ। 50 ਕਿਲੋ ਚਿੱਟਾ? ਹਾਂਜੀ। ਫਿਰ ਵੀ ਤੁਹਾਡੀ ਕਦਰ ਨਹੀਂ ਪਈ ਹੈ? ਕੋਈ ਕਦਰ ਨਹੀਂ ਜੀ, ਮੈਨੂੰ 1 ਰੁਪਈਆ ਨਹੀਂ ਦਿੱਤਾ। ਮੇਰੀ ਲੜਕੀ ਨੇ, ਮੈਂ ਬਿਮਾਰ ਬਣਾ, ਮੇਰੀ ਲੜਕੀ ਨੇ ਇੱਥੋਂ ਫੋਨ ਕੀਤਾ ਇਹਨੂੰ ਵੀ ਸਾਰੇ ਇਤਨਾ ਮੇਰਾ ਡੈਡੀ ਬਿਮਾਰ ਬੜਾ ਵਾ, ਤੁਸੀਂ ਆਓ ਤੇ ਕਰੀ ਨਾ ਕੋਈ ਪੈਸਾ ਧੇਲਾ ਕੋਈ ਦੇ ਜੋ। ਐਂ ਆਂਦਾ ਪੈਸੇ ਧੇਲੇ ਤੇਰੇ ਡੈਡੀ ਕੋਲ ਲੈਣੇ ਆ, ਅਸੀਂ ਨਹੀਂ ਦੇਣੇ, ਪੈਸੇ ਧੇਲੇ ਤੇ ਤੇਰੇ ਡੈਡੀ ਕੋਲੋਂ ਲੈਣੇ। ਉਲਟਾ ਇਹ ਕਹਿਣ ਲੱਗਾ ਜੀ। ਫਿਰ ਤੁਸੀਂ ਜਦੋਂ ਤੁਹਾਡੇ ਨਾਲ ਧੱਕਾ ਹੋਇਆ, ਤੁਸੀਂ ਇਹਨਾਂ ਚਿਰ ਕੰਮ ਕਿਉਂ ਕੀਤਾ? ਸਰ ਕੰਮ ਇੱਕ ਨਸ਼ੇ ਦਾ ਕਰਕੇ, ਫਿਰ ਇਹਨੇ ਲੈ ਜਾਣਾ ਨਸ਼ਾ। ਹੁਣ ਮੁੱਲ ਕਿੱਥੋਂ ਪੀਂਦੇ, ਇੰਨਾ ਮਹਿੰਗਾ ਵਾ, ਦਿਹਾੜੀ ਕਰਕੇ ਅਸੀਂ ਲਾ ਪੀ ਨਹੀਂ ਸਕਦੇ, 500 ਦਾ ਨਾਗ ਆਉਂਦਾ, ਦਿਹਾੜੀ ਕਰਕੇ ਕਿੱਥੋਂ ਬੰਦਾ ਲਾ ਲੂਗਾ। ਠੀਕ ਹੈ। ਤੇ ਉਹ ਮਜਬੂਰੀ, ਕੰਮ ਤੇ ਕੋਈ ਲਾਉਂਦਾ ਨਹੀਂ, ਕੰਮ ਤੇ ਜਦੋਂ ਅਗਲੇ ਨੂੰ ਪਤਾ ਲੱਗਦਾ ਵੀ ਇਹ ਟੌਟ ਆ ਤੇ ਉਹ ਉੱਥੇ ਕੰਨੀ ਕਤਰਾ ਜਾਂਦਾ ਵੀ ਨਾ ਕੰਮ ਤੇ ਨਹੀਂ ਲਾਉਣਾ।
ਬਸ ਵੱਧ ਇੱਕ ਅੱਧਾ ਦਿਨ। ਇੱਥੋਂ ਤੱਕ ਕਿ ਸਾਡੇ ਦੇ ਮੇਲੇ ਮੱਸਿਆ ਵੀ ਆ ਨਾ ਜਿਹੜੇ, ਉਹ ਵੀ ਨਹੀਂ ਜਾ ਸਕਦੇ ਜੀ। ਖੁਦ ਜਿਹੜੇ ਬੰਦੇ ਨੇ ਮੈਨੂੰ ਇਹਦੇ ਨਾਲ ਤੋਰਿਆ, ਲਖਵਿੰਦਰ, ਬਾਬਾ ਲਖਵਿੰਦਰ ਸਿੰਘ, ਭੈਣੀ ਗੁਰਮੁਖ ਸਿੰਘ ਵਾਲਾ ਤੋਰਿਆ, ਉਹਨੇ ਮੈਨੂੰ, ਮੈਂ ਉਹਦੇ ਕੰਮ ਕੀਤਾ ਸੀ ਤੇ ਉਹਦੇ ਕੋਲ ਪੈਸੇ ਲੈਣ ਗਿਆ ਜੀ। ਉਹਦੇ ਕੋਲ ਮੈਂ ਪੈਸੇ ਮੰਗ ਲਏ, ਉਹ ਮੈਨੂੰ ਪਿਸਤੌਲ ਉਹਨੇ ਕੱਢਿਆ, ਮੈਨੂੰ ਗੋਲੀ ਮਾਰਨ ਪੈ ਗਿਆ। ਇੰਨੇ ਅਪਸ਼ਬਦ ਬੋਲੇ ਮੇਰੇ ਵੀ ਮਤਲਬ ਕਿ ਚੂੜਿਆ ਚਪਟਿਆ, ਬੜਾ ਕੁਝ ਉਹਨੇ ਮੇਰੇ ਨਾਲ ਕੀਤਾ। ਤੇ ਐਂਡ ਤੇ ਜਾ ਕੇ ਤੇ ਉਹ ਆਂਦਾ ਵੀ ਤੂੰ ਇਹਨੂੰ ਕਿਉਂ ਬੰਦੇ ਨੂੰ ਮਤਲਬ ਕਿ ਇੱਥੇ ਦਰਖਾਸਤਾਂ ਦਿੰਦਾ ਜੀ। ਤੇ ਇਤੋਂ ਦਾ ਵੇਦ ਪ੍ਰਕਾਸ਼ ਇੱਕ ਸਦਰ ਥਾਣੇ ਜਿਹੜਾ ਥਾਣੇਦਾਰ ਲੱਗਾ, ਉਹਨੂੰ ਮੈਂ ਗੱਲ ਦੱਸੀ ਸਾਰੀ, ਉਹ ਉਲਟ ਮੇਰੀ ਮਦਦ ਕਰਨ ਦੀ ਬਜਾਏ ਉਲਟ ਉਹਦੇ ਨਾਲ ਦੀ ਗੱਲ ਕਰਦਾ ਰਿਹਾ। ਕਮਲਜੀਤ ਸਿੰਘ ਔਲਖ ਨੂੰ ਫੋਨ ਕੀਤਾ ਵੀ ਸਰ ਮੈਂ ਨਾ ਇਸ ਤਰ੍ਹਾਂ ਮਾਰਨ ਪੈ ਗਏ। ਉਹ ਆਂਦਾ ਦਵਾ ਦਵ ਭੱਜ ਕੇ ਜਾ ਤੇ ਦਰਖਾਸਤ ਦੇ ਦੇ। ਬੰਦੇ ਮੈਨੂੰ ਮਾਰਨ ਪੈ ਗਏ, ਆਂਦਾ ਤੂੰ ਭੱਜ ਕੇ ਜਾ ਦਰਖਾਸਤ ਦੇ ਦੇ। ਤੁਸੀਂ ਦੱਸੋ ਵੀ ਜਦੋਂ ਉਹਨਾਂ ਮੈਨੂੰ ਉੱਤੇ ਮਾਰ ਹੀ ਦਿੱਤਾ ਤੇ ਦਰਖਾਸਤ ਦੇਣ ਮੈਂ ਕਿੱਥੇ ਆਉਂਗਾ, ਕੀ ਕਰੂੰਗਾ, ਕਿੱਥੇ ਦਰਖਾਸਤ ਦਊਂਗਾ ਜੀ। ਇਹ ਮਤਲਬ ਕਿ ਜਦੋਂ ਤੁਸੀਂ ਉਹਨਾਂ ਦੇ ਸੰਪਰਕ ਵਿੱਚ ਆ ਗਏ ਵੀ ਤੁਸੀਂ ਕਹਿੰਦੇ ਫੜਾਉਣਾ ਸ਼ੁਰੂ ਕਰਤਾ, ਕਿੰਨੇ ਸਮੇਂ ਬਾਅਦ ਚਿੱਟਾ ਲਾਉਣ ਦੀ ਆਦਤ ਪਾਤੀ ਤੁਹਾਨੂੰ? ਮੈਨੂੰ ਸਰ ਦੂਜੇ ਦਿਨ ਹੀ ਇਹਨਾਂ ਲਾਉਣਾ ਸ਼ੁਰੂ, ਤੀਜੇ ਦਿਨ ਹੀ ਕਰਤਾ ਸੀ। ਵੀ ਫੜ ਪਹਿਲਾਂ ਨਾਸਾਂ ਦੇ ਵਿੱਚ ਪਾਉਣਾ ਮੇਰੇ ਨੇ, ਨੱਕ 'ਚ, ਨੱਕ ਦੇ ਵਿੱਚ ਇਹਨਾਂ ਥੋੜਾ ਜਿਹਾ ਪਾਉਣਾ ਵੀ ਨੱਕ 'ਚ ਪਾ ਕੇ ਤੈਨੂੰ ਸਰੂਰ ਵੱਜਾ। ਹਾਂਜੀ ਸਰੂਰ ਵੱਜਾ, ਮੈਂ ਬੜੇ ਭੱਜੇ ਫਿਰਨਾ। ਫਿਰ ਇਹਨੇ ਹਾਂ ਅਸੀਂ ਉੱਥੇ ਆਪਾਂ ਨਾ ਘਾਹ ਪੁੱਟ ਲਾਂਗੇ, ਉਹ ਕਰਦਾ ਨਾਲੀ ਬਣਾਉਣੀ ਉੱਥੇ ਮਾਸਾ ਮਾਸਾ। ਮੈਂ ਇਹਨੂੰ ਇਹ ਹੁਣ ਮੈਂ ਭੱਜੇ 'ਚ ਆ ਗਿਆ, ਮੈਨੂੰ ਪਤਾ ਨਹੀਂ, ਮੈਂ ਲਾਉਂਦੇ ਰਹਿਣਾ ਕਰਦੇ ਰਹਿਣਾ। ਫਿਰ ਹੌਲੀ ਹੌਲੀ ਫਿਰ ਮੈਂ ਪੱਕਾ ਹੋ ਗਿਆ ਜੀ। ਘਰੋਂ ਇੱਥੋਂ ਤੱਕ ਕਿ ਘਰ ਮੇਰੇ ਅੱਜ ਆ ਵੇਖ ਲਓ ਕੀ ਹਾਲ ਆ ਸਰ, ਕੈਮਰਾ ਨੂੰ ਮੜਾਇਆ ਮਾਰ ਕੇ ਵੀ ਕੀ। ਹਾਂਜੀ ਤੇ ਕੁਝ ਮਤਲਬ ਕਿ ਘਰ ਦੀ ਬਰਬਾਦੀ ਹੋ ਗਈ, ਪਤਾ ਨਹੀਂ ਕਮਰੇ ਕਿਹੜੇ ਵੇਲੇ ਉੱਤੇ ਡਿੱਗ ਪੈਣੇ, ਕੀ ਹੋਣਾ ਵਾ। ਤੇ ਮਤਲਬ ਕਿ ਕੁਛ ਨਹੀਂ ਰਿਹਾ। ਅੱਜ ਇੱਥੋਂ ਤੱਕ ਮੈਂ ਤਾਂ ਕਹਿੰਦਾ ਵੀ ਭਗਵੰਤ ਮਾਨ ਜੀ ਕਹਿੰਦੇ ਸੀਐਮ ਸਾਹਿਬ ਵੀ ਚਿੱਟਾ ਫੜੋ ਚਾਹੇ ਫੜਾਓ। ਹੁਣ ਤੇ ਲੋਕੀ ਟੋਟ ਟੋਟ ਕਹਿੰਦੇ, ਜਿਨ੍ਹਾਂ ਦੇ ਲੋਕਾਂ ਦੇ ਮਰਦੇ ਆ ਨਾ ਉਹੀ ਟੋਟ ਕਹਿੰਦੇ ਸੀ। ਮਤਲਬ ਕਿ ਟੋਟ ਆ ਤੇ ਮੁੜ ਕੇ ਰੋਂਦੇ। ਹੁਣ ਉਹਨਾਂ ਨੂੰ ਬੰਦਾ ਪੁੱਛੇ ਵੀ ਹੁਣ ਟੋਟੀ ਚੰਗੀ ਆ ਕਿ ਚਾਹੇ ਮਤਲਬ ਵੀ ਉੱਦਾਂ ਚੰਗੇ ਤੁਸੀਂ? ਹਾਂਜੀ। ਅੱਛਾ ਤੁਸੀਂ ਇੱਕ ਗੱਲ ਇੱਥੇ ਵੱਡੀ ਸਮਝਣੀ ਚਾਹਾਂਗੀ ਕਿ ਜਦੋਂ ਇਹ ਤੁਸੀਂ ਉਹਨੂੰ ਦੱਸ ਦਿੰਦੇ ਸੀ ਕਿ ਇੱਥੇ ਚਿੱਟਾ ਵਿਕ ਰਿਹਾ ਜਾਂ ਇੱਥੇ ਹੈ, ਉਹਨੂੰ ਫੜਦੇ ਸੀ, ਪਰਚੇ ਕਿੰਨੇ ਲੋਕਾਂ ਤੇ ਪਾਉਂਦੇ ਸੀ? ਪਰਚੇ ਸਰ ਪਰਚਾ ਤੇ ਕਿਸੇ ਤੇ ਹੀ ਪਾਉਂਦੇ ਆ ਵੀ ਜਿੱਥੋਂ ਇਹ ਵੀ ਇਹਨਾਂ ਦੀ ਮਜਬੂਰੀ ਹੋਵੇ। ਦੂਜੇ ਤੇ ਮੈਂ ਪਰਚਾ ਪਾਉਂਦੇ ਨੂੰ ਵੇਖਿਆ ਨਹੀਂ। ਇਹਨਾਂ ਪਰਚਾ ਉਹਦੇ ਤੇ ਦੇਣਾ, ਬੰਦਾ ਵੱਡਾ ਛੱਡ ਦੇਣਾ ਵਾ, ਜਿਹੜਾ ਖੁਦ ਮਤਲਬ ਕਿ ਜ਼ਿਆਦਾ ਕ੍ਰਿਮੀਨਲ ਬੰਦਾ, ਉਹਨੂੰ ਬੰਦੇ ਨੂੰ ਛੱਡ ਦੇਣਾ, ਪਾਉਣਾ ਵਾ ਉਹਦੇ ਤੇ ਵੀ ਜਿਹੜਾ ਪੀਂਦਾ ਫੜਿਆ ਗਿਆ। ਵੱਡਿਆਂ ਨੂੰ ਨਹੀਂ ਹੱਥ ਪਾਉਂਦੇ? ਨਾ ਜੀ ਨਾ, ਹੋ ਹੀ ਨਹੀਂ ਸਕਦਾ। ਮੈਂ ਇੱਕ ਹੁਣ ਜ਼ਿਆਦਾ ਮੈਂ ਨਾਂ ਨਹੀਂ ਲੈ ਸਕਦਾ ਜੀ। ਮੈਂ ਹਰੀਕੇ ਬੰਦਾ ਫੜਾਇਆ, ਉਹਦੇ ਕੋਲ ਅਟੇ ਟਾਈਮ ਮਤਲਬ ਕਿ ਫੜਿਆ ਗਿਆ ਜੀ ਸਮਾਨ 300 ਗ੍ਰਾਮ ਸਮਾਨ ਫੜਿਆ ਗਿਆ ਜੀ। 300 ਗ੍ਰਾਮ ਸਮਾਨ ਫੜਿਆ ਗਿਆ, ਉਧਰੋਂ ਇਹਨੇ 7 ਲੱਖ ਰੁਪਈਆ ਮੇਰੇ ਹੁੰਦਿਆਂ ਇਹਦਾ ਮਤਲਬ ਕਿ ਸੌਦਾ ਹੋ ਗਿਆ। 7 ਲੱਖ ਰੁਪਈਆ ਇਹਨੇ ਲੈ ਲਿਆ ਤੇ ਪਾਤਾ ਵਿਚਾਰੇ ਗਰੀਬ ਤੇ, ਜਿਹੜਾ ਉਹਨਾਂ ਦੇ ਕੁੱਤੇ ਸਾਂਭਦਾ ਹੈ। ਉਹ ਆਂਦਾ ਮੈਂ ਤੇ ਕਦੀ ਜ਼ਿੰਦਗੀ ਜਾਂਦਾ ਵੇਖਿਆ ਵੀ ਨਹੀਂ ਤੇ ਮੈਂ ਉਹਦੇ ਤੇ ਪਾਤਾ ਵਿਚਾਰੇ ਤੇ ਜੀ। ਵੀ ਕਰਦੇ ਜੋ ਧੱਕਾ ਸਿੱਧਾ ਇਹ ਤੇ ਮੈਂ ਬੰਦਾ ਵੇਖਿਆ ਨਾ ਸ਼ਰੇਆਮ ਸਰ ਧੱਕਾ ਕਰਦਾ ਰਿਹਾ। ਇੱਥੋਂ ਮੇਰੇ ਸਹੁਰਿਆਂ ਦੀ ਗੱਲ ਆਈ, ਉਥੋਂ 2 ਲੱਖ ਰੁਪਈਆ ਲੈ ਲਿਆ। ਉਹ ਜੀਤੇ ਬੰਦੇ ਤੇ ਪਾਉਣਾ ਸੀ ਸਮਾਨ ਉੱਤੇ ਪਾਇਆ ਨਾ, ਦੂਜੇ ਬੰਦੇ ਤੇ ਜਿਹੜਾ ਲੈਣ ਆਇਆ ਉਹਦੇ ਤੇ ਪਾਤਾ ਜੀ। ਹੁਣ ਮੈਂ ਕਿੰਨੇ ਕੁ ਦੱਸਾਂ, ਮੈਂ ਹੀ ਇਹਦੇ ਵਿੱਚ ਚਲੋ ਨਸ਼ਰ ਨਾ ਵੀ ਕਿੰਨਾ ਕੁਝ ਦੱਸਾਂ ਵੀ ਇਹ ਕਿੱਥੇ ਧੱਕਾ। ਬਾਕੀ ਸਾਰੀ ਪੁਲਿਸ ਇੱਕੋ ਜਿਹੀ ਨਹੀਂ, ਇਹ ਤੇ ਮੈਂ ਜ਼ਿਆਦਾ ਹੀ 2-3 ਬੰਦੇ ਜਿਹੜੇ ਧੱਕਾ ਕਰਦੇ ਵੇਖੇ ਆ ਜੀ। ਧੱਕਾ ਕਰਦੇ ਹੱਦੋਂ ਹੀ ਜ਼ਿਆਦਾ ਧੱਕਾ ਹੈ। ਤੁਸੀਂ ਕਿੰਨੇ ਵਾਲੀ ਮੁਖਬਰੀ ਕੀਤੀ ਹੈ? ਮੈਂ ਸਰ ਜ਼ਿਆਦਾ ਸੁਖਵਿੰਦਰ ਸਿੰਘ ਲਈ ਕੀਤੀ ਹੈ ਮੁਖਬਰੀ। ਇਹਦੇ ਲਈ? ਹਾਂਜੀ ਇਹਦੇ ਲਈ ਇੱਕ ਹੀ ਜਿਹੜਾ ਇਹਦੇ ਨਾਲ ਮੁਖਬਰੀ ਕੀਤੀ ਆ। ਹਾਂਜੀ ਹੋਰ ਕਿਸੇ ਲਈ ਕੀਤੀ ਹੋਊਗੀ ਤਾਂ ਉਹਨਾਂ ਮੈਨੂੰ ਮਿਹਨਤ ਵੀ ਉਦੋਂ ਹੀ ਦਿੱਤੀ ਆ। ਜੇ 10,000 ਕੀਤਾ 10 ਦਿੱਤਾ, ਜੇ 5 ਕੀਤਾ 5 ਦਿੱਤਾ, ਉਸੇ ਵੇਲੇ ਦਿੱਤਾ ਜੀ। ਮੁਖਬਰੀ ਕਰਦੇ ਕਦੇ ਫੜੇ ਗਏ ਆ? ਹਾਂਜੀ ਫੜੇ ਗਏ ਸਰ। ਕਿੰਨੇ ਵਾਰੀ? ਬੜੀ ਜਿਹੜੀ ਸਰ 5-6 ਵਾਰੀ ਫੜੇ ਗਏ। ਇੱਕ ਵਾਰੀ ਧੂਲ ਕੇ ਪਿੰਡ ਫੜਿਆ ਗਿਆ, ਉਹਨਾਂ ਵੀ ਇਹਦੇ ਸਾਹਮਣੇ ਕੁੱਟਿਆ। ਇੱਕ ਵਾਰੀ ਭਿੱਖੀ ਪਿੰਡ ਫੜੇ ਗਏ, ਉਹਨਾਂ ਵੀ ਕੁੱਟਿਆ। ਇੱਕ ਵਾਰੀ ਮੈਂ ਫੜਿਆ ਗਿਆ ਜੀ ਧੁੰਨੀ, ਉਹਨਾਂ ਦਾੜੀ ਦੂੜੀ ਪੁੱਟੀ, ਮੇਰਾ ਬੜਾ ਮਤਲਬ ਕਿ ਮੁਸ਼ਕਲ ਦੇ ਵਿੱਚ ਮੈਂ ਫਸਿਆ ਰਿਹਾ, ਪਰ ਇਹਨਾਂ ਕਦਰ ਕੋਈ ਨਹੀਂ ਪਾਈ ਜੀ। ਕੁੱਟ ਪੈਂਦੀ ਆ? ਪੈਂਦੀ ਆ ਜੀ, ਬੱਕੀ ਪੈਂਦੀ ਆ, ਬਹੁਤ ਕੁੱਟ ਪੈਂਦੀ ਸਰ। ਇਹ ਰਿਸਕ ਤਾਂ ਬਹੁਤ ਵੱਡਾ ਹੁੰਦਾ ਜਦੋਂ ਬੜਾ ਤਗੜਾ ਸਰ। ਰਿਸਕ ਆ ਮੁਖਬਰ ਲਈ,
ਇਹਨਾਂ ਦਾ ਕਦਾ ਰਿਸਕ, ਇਹਨਾਂ ਦਾ ਕੋਈ ਰਿਸਕ ਨਹੀਂ। ਇਹਨਾਂ ਗੱਡੀ 'ਚ ਬਹਿ ਜਾਣਾ, ਇਹਨਾਂ ਕਹਿਣਾ ਵੀ ਉਦੋਂ ਨਾ ਇਹਨਾਂ ਜੇ ਮੁਖਬਰ ਨੇ ਪੈਸੇ ਫੜਾਉਣ ਲੱਗਣਾ ਵਾ ਵੀ ਚਾਹੇ ਮੁਖਬਰ ਪੈਸੇ, ਇਹਨਾਂ ਪੈਸਿਆਂ ਨੂੰ ਵੀ ਨਹੀਂ ਹੱਥ ਲਾਉਣ ਦੇਣਾ। ਮੁਖਬਰ ਦੇ ਇੱਕ ਸਿਰਫ ਆਪਦੇ ਜਦੋਂ ਨਸ਼ੇ 'ਚ ਨਿਗਾਹ ਦਿੰਦੇ ਬੰਦੇ ਨੂੰ, ਉਹਦੇ ਕਰਕੇ ਹੀ ਤੁਰਿਆ ਫਿਰਦਾ ਵਾ ਮੁਖਬਰ ਨੂੰ, ਹੋਰ ਕੋਈ ਫਾਇਦਾ ਨਹੀਂ ਹੈਗਾ। ਹੋਰ ਕੀ ਫਾਇਦਾ ਨਹੀਂ, ਕੋਈ ਫਾਇਦਾ ਨਹੀਂ ਜੀ। ਮੁਖਬਰ ਨੂੰ ਤਾਂ ਕੁੜੀਆਂ ਕਤਰੀਆਂ ਗਾਲਾਂ ਤੇ ਛਿੱਤਰ ਜੇ ਮੁਖਬਰ ਕੋਲ ਬਸ। ਤੇ ਬਾਕੀ ਆਪਾਂ ਮੁਖਬਰੀ ਕੀਤੀ ਆ। ਮੇਰਾ ਪਿੰਡ ਆ ਜਿਹੜਾ ਰੂੜਿਆਂ ਅਸਲ ਜੀ ਮੇਰਾ ਰੱਬ ਵਰਗਾ ਪਿੰਡ ਆ ਕਿ ਕੀ ਮੇਰੇ ਕੋਲ ਅਲਫਾਜ਼ ਹੀ ਨਹੀਂ ਕਿ ਮੇਰਾ ਇਹੋ ਜਿਹਾ ਪਿੰਡ ਰੂੜਿਆਂ ਅਸਲ। ਮੈਂ ਅੱਜ ਤੱਕ ਪਿੰਡ ਦੇ ਵਿੱਚ ਆਪਣੇ ਨਹੀਂ ਕੋਈ ਮਾੜਾ ਕੰਮ ਕੀਤਾ। ਜੋ ਕੀਤਾ ਵਾ ਮੁਖਬਰੀ ਕੀਤੀ, ਚਿੱਟੇ ਦੀ ਕੀਤੀ ਆ, ਕੋਈ ਕਿਸੇ ਦੀ ਸ਼ਰਾਬ ਦੀ ਨਹੀਂ, ਹੋਰ ਕਿਸੇ ਨਾਲ ਗਲਤ ਕੰਮ ਨਹੀਂ ਕੀਤਾ। ਤੇ ਮੇਰੇ ਪਿੰਡ ਨੇ ਇੱਕ ਮੇਰੇ ਪਰਿਵਾਰ ਵਰਗਾ ਪਿੰਡ ਆ। ਮੇਰੇ ਪਿੰਡ ਨੇ ਮੇਰੀ ਬਿਮਾਰ ਹੋਣ ਤੇ ਮਦਦ ਵੀ ਇੰਨੀ ਕੁ ਕੀਤੀ ਆ ਵੀ ਉਨੀ ਕੋਈ ਕਰ ਹੀ ਨਹੀਂ ਸਕਦਾ। ਅੱਜ ਮੈਂ ਜਿੰਦਾ ਤੁਰਿਆ ਫਿਰਦਾ ਤੇ ਆਪਦੇ ਪਿੰਡ ਦੀ ਬਦੌਲਤੀਆਂ ਜੀ। ਬਿਮਾਰ ਕਿਉਂ ਹੋ ਗਏ ਸੀ? ਬਿਮਾਰ ਇਹ ਚਿੱਟੇ ਦਾ ਕਰਕੇ ਸਰ। ਚਿੱਟਾ ਕਰਕੇ? ਹਾਂਜੀ। ਕਿੰਨੇ ਸਾਲ ਚਿੱਟਾ ਲਾਇਆ ਤੁਸੀਂ? ਮੈਨੂੰ ਸਰ 2013 ਤੋਂ ਲਾਉਣ ਲੱਗਾ ਤੇ ਅੱਜ 2022 ਆਈ। 2 ਸਾਲ ਹੋ ਗਏ ਮੈਨੂੰ ਮਤਲਬ ਕਿ ਚਿੱਟਾ ਨਹੀਂ ਲਾਇਆ। 7 ਸਾਲ ਚਿੱਟਾ ਪੀਤਾ? ਹਾਂਜੀ 7 ਸਾਲ ਪੀਤਾ ਜੀ। ਕਿੰਨਾ ਕਿੰਨਾ ਕੁ ਪੀ ਜਾਂਦੇ ਸੀ? ਮੈਂ ਪੀ ਜਾਂਦਾ ਨਾ ਸਰ 2-2 3-3 ਗ੍ਰਾਮ ਪੀ ਜਾਂਦਾ ਨਾ ਜੀ। ਉਹੀ ਦਿੰਦੇ ਸੀ? ਪੁਲਿਸ ਵਾਲੇ ਦਿੰਦੇ ਸੀ? ਪੁਲਿਸ ਵਾਲੇ ਹੀ ਦਿੰਦੇ ਜੀ। ਹਰ ਰੋਜ਼? ਹਾਂਜੀ ਡੇਲੀ। ਜੇ ਉੱਥੇ ਨਹੀਂ ਦਿੱਤਾ ਘਰ ਦੇਣ ਆਉਣਾ ਇਹਨੇ, ਆਪਦੇ ਲੜਕੇ ਕੋ ਖਿਲਾ ਦੇਣਾ ਤੇ ਕਦੀ ਕਿਸੇ ਕੋ ਖਿਲਾ ਦੇਣਾ, ਕਦੀ ਕਿਸੇ ਕੋ ਖਿਲਾ ਦੇਣਾ। ਅੱਜ ਵੀ ਮੈਨੂੰ ਇਹਦੇ ਦੇ ਘਰੋਂ ਸਰਚ ਕੀਤੀ ਜਾਵੇ ਤੇ ਇਹਦੇ ਘਰੋਂ ਚਿੱਟਾ ਫੜਿਆ ਜਾ ਸਕਦਾ। ਚਿੱਟੇ ਦਾ ਸਰ ਗੰਦ ਪੈ ਗਿਆ ਇੱਥੇ। ਚਿੱਟਾ ਤੇ ਹੁਣ ਅੱਜ ਵੀ ਇਹ ਸਰਕਾਰ ਕਹਿੰਦੀ ਆ ਕਿ ਚਿੱਟਾ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਬੰਦ ਕਰਤਾ, ਉਹ ਕਰਤਾ, ਜੋ ਕਰਤਾ, ਕਿਤੇ ਬੰਦ ਨਹੀਂ ਹੋਇਆ। ਚਿੱਟਾ ਜਿੱਥੋਂ ਮਰਜ਼ੀ ਹੋਣ ਚਾਹੀਏ, ਹੁਣ ਜਾ ਕੇ ਚਿੱਟਾ ਜਿੰਨਾ ਮਰਜ਼ੀ ਲੈ ਆਵੇ। ਇੰਨਾ ਸ਼ਰੇਆਮ ਹੈ? ਸ਼ਰੇਆਮ ਆ ਸਰ। ਇੱਧਰ ਜਿਵੇਂ ਤੁਹਾਡਾ ਏਰੀਆ ਬਾਰਡਰ ਦੇ ਨੇੜੇ ਰਹਿ ਜਾਂਦਾ ਤੇ ਤੁਸੀਂ ਕਿਹਾ ਵੀ 30-35 ਕਿਲੋ ਇੱਧਰ ਚਿੱਟਾ ਮਤਲਬ ਹਰ ਰੋਜ਼ ਪਿੰਡਾਂ ਦੇ ਵਿੱਚ ਮਤਲਬ ਕਿੰਨਾ ਕੁ ਚਿੱਟਾ ਜਿਹੜਾ ਹਰ ਰੋਜ਼ ਚੱਲਦਾ ਵਿਕਦਾ, ਕਿੰਨੀ ਕੁ ਮਾਤਰਾ ਹੈ ਫੜਿਆ, ਕਿੰਨੇ ਕੁ ਵੱਡੇ ਪੱਧਰ ਤੇ ਜਾਂਦਾ ਹਰ ਰੋਜ਼? ਫੜਿਆ ਵੀ ਸਰ ਬਹੁਤ ਜਾਂਦਾ, ਚੰਗੇ ਮਤਲਬ ਕਿ 10-10 5-5 ਕਿਲੋ ਫੜਿਆ ਜਾਂਦਾ ਤੇ ਬਾਕੀ ਵਿਕਦਾ ਵੀ ਬਹੁਤ ਜ਼ਿਆਦਾ ਮਤਲਬ ਕਿ ਜ਼ਿਆਦਾ ਵਾ ਜੀ। ਮਤਲਬ ਕਿ ਹਰ ਪਿੰਡ ਦੇ ਵਿੱਚ ਸਿਰਫ ਸਾਡਾ ਹੀ ਪਿੰਡ ਆ ਇਹੋ ਜਿਹਾ ਹੀ ਵੀ ਇੱਥੇ ਕੋਈ ਨਸ਼ੇ ਦਾ ਕੋਈ ਮਤਲਬ ਕਿ ਵਿਕਦਾ ਨਹੀਂ। ਤੁਸੀਂ ਹਰ ਪਿੰਡ ਦੇ ਵਿੱਚ ਮਤਲਬ ਕਿ ਜਿਹੜਾ ਤੁਹਾਨੂੰ ਮਿਲੂਗਾ ਚਿੱਟਾ ਹਰ ਪਿੰਡ ਦੇ ਵਿੱਚ ਵਿਕਦਾ ਹੀ ਮਿਲੂ, ਹਰ ਪਿੰਡ ਦੇ ਵਿੱਚ ਵਿਕਦਾ ਮਿਲੂ ਸਰ। 2-2 4-4 2-2 4-4 ਤਰਨ ਤੇ ਸਰ ਬੇੜਾ ਹੀ ਗਰਕ ਹੋ ਗਿਆ। ਬਹੁਤ ਜ਼ਿਆਦਾ ਮਤਲਬ ਕਿ ਬੱਚੇ ਵੇਚੀ ਜਾਂਦੇ ਜੀ। ਬੱਚੇ ਵੇਚੀ ਜਾਂਦੇ? ਹਾਂਜੀ। ਵੱਡੇ ਬਲੈਕੀਏ ਕਿੰਨੇ ਕਿਆ ਤੁਹਾਡੇ ਏਰੀਆ ਦੇ? ਵੱਡੇ ਬਲੇਕੀਏ ਸਰ ਬਹੁਤ ਜ਼ਿਆਦਾ ਹੈ ਜੀ, ਬਹੁਤ ਹੀ ਜ਼ਿਆਦਾ। ਇਹ ਵੱਡੇ ਬਲੇਕੀਏ ਨੂੰ ਸਰ ਕਰਦਾ ਹੀ ਕੋਈ ਕੁਛ ਨਹੀਂ। ਵੱਡੇ ਬਲੈਕੀ ਨੂੰ ਕਿਹਨੂੰ ਵੱਡਾ ਬਲੈਕੀਆ ਮੰਨਦੀ ਹੈ ਪੁਲਿਸ ਵੀ ਆ ਇੰਨੇ ਗ੍ਰਾਮ ਜਾਂ ਇੰਨੇ ਗ੍ਰਾਮ ਤੋਂ ਉੱਤੇ ਵੱਡਾ ਬਲੈਕੀ ਸ਼ੁਰੂ ਹੁੰਦਾ? ਵੱਡਾ ਬਲੇਕੀਆ ਸਰ ਮੰਨਦੀ ਆ ਵੀ ਅੱਧਾ ਕਿਲੋ ਤੋਂ 500 ਗ੍ਰਾਮ ਤੋਂ 1000 ਗ੍ਰਾਮ ਤੱਕ ਮਤਲਬ ਕਿ ਕਿਲੋ ਤੱਕ ਇਹ ਉਹਨੂੰ ਵੱਡਾ ਬਲੇਕੀਆ ਮੰਨਦੀ ਆ। ਤੇ ਬਾਕੀ ਵੱਡੇ ਬਲੇਕੀਏ ਕੋ ਫੜਿਆ ਜਾਵੇ ਪੈਣਾ ਛੋਟਿਆਂ ਤੇ ਹੀ ਆ, ਵੱਡੇ ਤੇ ਨਹੀਂ ਪੈਂਦਾ। ਵੱਡੇ ਤੇ ਨਹੀਂ ਪੈਂਦਾ ਜੀ। ਮੈਂ ਖੁਦ ਇਹ 7-8 ਸਾਲ ਕੰਮ ਕਰ ਚੁੱਕਾ ਵਾਂ ਪੁਲਿਸ ਦੇ ਨਾਲ। ਮੈਨੂੰ ਮੈਂ ਮਤਲਬ ਕਿ ਕੱਲੀ ਗੱਲ ਜਾਣਦਾ ਵਾਂ, ਪੈਣਾ ਛੋਟੇ ਤੇ ਹੀ ਆ, ਵੱਡੇ ਤੇ ਨਹੀਂ ਪੈਣਾ। ਵੱਡੇ ਬੰਦੇ ਕੋ ਫੜਿਆ ਜਾਂਦਾ, ਉਹਨੇ ਕਹਿਣਾ ਵਾ ਵੀ ਮੈਂ ਤੇਰੇ ਘਰ ਇੰਨੇ ਪੈਸੇ ਦੇ ਦੂੰਗਾ, ਤੂੰ ਕੇਸ ਸਾਹਿਬ ਦੇ ਤੇ ਪਵਾ ਜੀ। ਕੇਸ ਉੱਤੇ ਪੈ ਗਿਆ ਜੀ, ਬਾਅਦ ਚ ਉਹ ਹੀ ਜਿਹੜਾ 2-4 ਹਜ਼ਾਰ ਦਿੱਤਾ ਰਹਿ ਜਾਣਾ। ਉਹ ਸਮਝੋ ਵੀ ਮੁੜ ਕੇ ਜੇਲ੍ਹ 'ਚ ਜਾ ਕੇ ਵੀ ਲੰਘ ਗਿਆ ਤੇ ਮਗਰੋਂ ਬੱਚੇ ਵੀ ਗਏ। ਅੱਜ ਤੇ ਇੰਨੀ ਕੁ ਜ਼ਿਆਦੀ ਮਤਲਬ ਕਿ ਚਿੱਟਾ ਪੀਣ ਵਾਲੇ ਮੁਸ਼ਕਲ ਦੇ ਵਿੱਚ ਆ ਸਰ ਕਿ ਪੁੱਛੋ ਹੀ ਕੋਈ ਨਾ, ਕਿਉਂਕਿ ਰੋਣ ਆਉਂਦਾ ਵਾ। ਕੁੜੀ ਆ ਵਾ ਇੰਨਾ ਵੀ ਕੰਮ ਖਰਾਬ ਆ ਜੀ, ਬਹੁਤ ਜ਼ਿਆਦਾ ਹੀ ਕੰਮ ਖਰਾਬ ਆ। ਮੁਖਬਰ ਬਣ ਕੇ ਮਤਲਬ ਕਮਾਈ ਨਹੀਂ ਕੀਤੀ, ਗਵਾਇਆ ਹੀ ਹੈ। ਗਵਾਇਆ ਸਰ, ਗਵਾਇਆ ਜ਼ਿਆਦਾ ਕੁਝ ਆ, ਕਮਾਇਆ ਕੁਛ ਨਹੀਂ ਸਰ। ਘਰ ਵੇਖ ਲਓ, ਘਰ ਵੀ ਪਤਾ ਨਹੀਂ ਕਿਹੜੇ ਵੇਲੇ ਡਿੱਗ ਜਾਣਾ। ਤੇ ਬਾਕੀ ਇਹ ਜਿਹੜੇ ਜਿਨ੍ਹਾਂ ਨੇ ਮੈਨੂੰ ਕਿਹਾ ਸੀ ਵੀ ਤੈਨੂੰ ਉਹ ਦੇਵਾਂਗੇ, ਆਹ ਦੇਵਾਂਗੇ, ਕਿਸੇ ਨੇ ਕੁਛ ਨਹੀਂ ਦਿੱਤਾ ਜੀ। ਅੱਜ ਉੱਦਾਂ ਹੀ ਡੱਪ ਵੱਜਦੇ ਫਿਰਦੇ। ਰੋਟੀ ਵੀ ਇੱਕ ਵੇਲੇ ਪਤਾ ਨਹੀਂ ਪੱਕਣੀ ਹੁੰਦੀ ਆ ਕਿ ਨਹੀਂ ਪੱਕਣੀ, ਉੱਦਾਂ ਹੀ ਤੁਰੇ ਫਿਰਦੇ। ਚਿੱਟਾ ਤੁਸੀਂ ਲਾਇਆ ਪੰਨੀ ਤੇ ਕਿ ਟੀਕੇ ਵੀ ਲਾਏ ਮੁੜ ਕੇ? ਪੰਨੀ ਤੇ ਵੀ ਲਾਉਂਦੇ ਰਹੇ ਸਰ, ਟੀਕਾ ਵੀ ਲਾਉਂਦੇ ਰਹੇ। ਟੀਕਾ ਵੀ ਲਾਉਂਦੇ ਰਹੇ? ਹਾਂਜੀ। ਜਦੋਂ ਪੰਨੀ ਤੇ ਅਸਰ ਕਰਨ ਹਟ ਗਿਆ ਮੁੜ ਕੇ ਟੀਕਾ ਜੀ। ਠੀਕ ਆ। ਹਾਂਜੀ। ਮਤਲਬ ਉਧਰੋਂ ਮਤਲਬ ਬੱਚਿਆਂ ਨੂੰ ਵੀ ਧਿਆਨ ਨਹੀਂ ਜਾਂਦਾ ਹੋਣਾ ਜਦੋਂ ਫਿਰ ਇਹ ਕੰਮ ਦੇ ਵਿੱਚ ਪੈ ਗਏ? ਬੱਚਿਆਂ ਲਈ ਸਰ ਧਿਆਨ ਇੱਕ ਹੀ ਜਾਂਦਾ ਹੈ ਕਿ ਬੱਚਿਆਂ ਨੂੰ ਕੋਈ ਮਾਰ ਨਾ ਦੇਵੇ। ਬੱਚਿਆਂ ਨੂੰ ਮਾਰਨ ਲਈ ਤਾਂ ਬੈਠੇ ਮੇਰੇ ਵੀਰ, ਪੁੱਛੋ ਵੀ ਪਤਾ ਨਹੀਂ ਕਿੰਨੇ ਬੰਦੇ ਨੇ ਕੋਸ਼ਿਸ਼ ਨਹੀਂ।
ਮੇਰੇ ਅੜੀਏ ਨਾ ਮੈਂ ਤੇ ਇੱਥੋਂ ਤੱਕ ਹੀ ਕਹੂੰਗਾ ਕਿ ਜਿਹੜੇ ਮੈਨੂੰ ਇੰਨੀ ਏਰੀ ਅਣਪਛਾਤੇ ਆਦਮੀਆਂ ਨੇ ਮੇਰੇ ਤੇ ਹਮਲਾ ਕੀਤਾ, ਮੈਂ ਤੇ ਕਹੂੰ ਵੀ ਇਹ ਸੁਖਵਿੰਦਰ ਸਿੰਘ ਹੀ ਮੇਰੇ ਤੇ ਸ਼ਾਇਦ ਕਰਾਉਂਦਾ ਰਿਹਾ ਜੀ। ਇਹੋ ਜਿਹਾ ਕੰਮ ਹੋ ਗਿਆ ਸਰ। ਫਿਰ ਹੁਣ ਆਉਂਦਾ ਸੁਖਵਿੰਦਰ ਸਿੰਘ ਦਾ ਕਿ ਨਹੀਂ? ਨਹੀਂ ਜੀ, ਉਹ ਨਹੀਂ ਫੋਨ ਆਉਂਦਾ ਜੀ। ਕਦੇ ਮਿਲਿਆ ਹੋਵੇ? ਨਾ ਜੀ, ਮਿਲਦਾ ਨਹੀਂ। ਲੋਕਾਂ ਨੂੰ ਕਹਿੰਦਾ ਵਾ ਉਹ ਕੀ ਕਰ ਲੂ ਮੇਰਾ। ਮੇਰੇ ਕੋ ਮਨਵੀਰ ਢਿੱਲੋਂ ਹੈਗਾ ਵਾ, ਵਕੀਲ ਆ, ਮੇਰਾ ਮੁੰਡਾ ਖੁਦ ਵਕੀਲ ਆ, ਮੈਨੂੰ ਨਹੀਂ ਕੁਝ ਕਰ ਸਕਦਾ ਏ। ਮੈਂ ਬੜੇ ਸਰ ਧੱਕੇ ਖਾਦੇ, ਕਿਹਦੇ ਨਹੀਂ ਤਰਲੇ ਮਾਰੇ, ਜਿਹਦੇ ਕੋ ਗਿਆ। ਇੱਥੇ ਵੱਡੇ ਅਫਸਰ ਰੰਗਰੇਟਾ ਜੀ ਸਾਡੇ ਰੌਲਾ ਪਾਉਂਦੇ ਆ, ਸਾਡਾ ਮਤਲਬ ਕਿ ਬਣਿਆ ਵਾ ਉੱਪਰ, ਕਹਿੰਦੇ ਵੀ ਮੈਂ ਮਜਬੀ ਸਿੰਘਾਂ ਦਾ, ਛੋਟਿਆਂ ਦਾ ਮੈਂ ਮਤਲਬ ਕਿ ਹੈਗਾ ਵਾ ਬੜਾ ਤਕੜਾ ਆਗੂ ਆ। ਉਹਨਾਂ ਨੂੰ ਫੋਨ ਕੀਤਾ ਜੀ, ਉਹਨਾਂ ਵੀ ਮੈਨੂੰ ਟਣਕਾਇਆ। ਇੱਥੇ ਬੜੇ ਬੜੇ ਬੰਦਿਆਂ ਨੂੰ ਮੈਂ ਫੋਨ ਕੀਤਾ, ਹਰ ਇੱਕ ਨੇ ਟਣਕਾਇਆ। ਰੰਗਰੇਟਾ ਜੀ ਨੇ ਤੇ ਬਹੁਤ ਹੀ ਏਰੀ ਕੀਤਾ। ਮੈਂ ਤੇ ਐਡਾ ਕੋਈ ਉਹਨੂੰ ਕੋਈ ਗੱਲ ਕਰ ਨਹੀਂ ਸਮਝਦਾ ਜੀ, ਕਿਉਂਕਿ ਰੌਲਾ ਪਾਉਣ ਨਹੀਂ, ਗੱਲਾਂ ਨਾਲ ਨਹੀਂ ਕੌਮਾਂ ਬਣਦੀਆਂ, ਕੌਮਾਂ ਕੁਰਬਾਨੀਆਂ ਨਾ ਬਣਦੀਆਂ ਜੀ। ਤੇ ਉਹ ਗੱਲਾਂ ਨਾਲ ਕੌਮਾਂ ਭਾਲਦਾ, ਕੌਮਾਂ ਇਦਾਂ ਨਹੀਂ ਬਣਦੀਆਂ ਹੁੰਦੀਆਂ ਸਰ। ਕੁਝ ਨਹੀਂ ਸਰ ਬੱਲੇ ਪਿਆ, ਹੁਣ ਤੇ ਇੱਕ ਪਛਤਾਵਾ ਵਾ। ਆਖਰੀ ਉਮੀਦ ਬਚੀ ਆ ਕਿ ਕਿਤੇ ਕੁਛ ਨਾ ਕੁਛ, ਚਲੋ ਹੁਣ ਤੇ ਰੋਟੀ ਦਾ ਵੀ ਜਿਹੜਾ ਮਤਲਬ ਕਿ ਘਰੇ ਕੋਈ ਮੁਸ਼ਕਲ ਹੋ ਗਿਆ ਸਰ। ਕੰਮ ਮੈਂ ਕਰ ਨਹੀਂ ਸਕਦਾ ਜੀ। ਕਿਉਂ? ਕੰਮ ਮੇਰੀ ਸਾਰੇ ਕਿਡਨੀ ਜਿਹੜੀ ਇੱਕ ਸਾਈਡ ਨਹੀਂ ਕੰਮ ਕਰਦੀ। ਅੱਛਾ ਜੀ। ਹਾਂਜੀ, ਜਦੋਂ ਮੈਂ ਕੰਮ ਕਰਨਾ ਚਾਹੇ ਨਿਮਣਾ ਵਾ, ਉਦੋਂ ਇੱਕ ਵੀ ਕੜਾਲ ਪੈ ਜਾਣੀ ਚਾਹੇ ਮੇਰੇ ਕੋਲ, ਤਾਂ ਉੱਠਿਆ ਨਹੀਂ ਜਾਣਾ ਜੀ। ਕੰਮ ਦਿਹਾੜੀ ਨਹੀਂ ਮੇਰੇ ਕੋਲ ਹੁੰਦੀ ਜੀ। ਘਰ ਦੀ ਵਿਚਾਰੀ ਇੱਕ ਘਰ ਦਾ ਕੰਮ ਕਰਦੀ ਆ, ਗੋਹਾ ਸੁੱਟਦੀ ਆ, ਜਿਹੜੀ ਸਿੱਧੀ ਗੱਲ ਕਰਕੇ ਲਿਆਣ ਕੇ ਰੋਟੀ ਖਾ ਲਈਦੀ। ਇਹਨਾਂ ਨੇ ਨਹੀਂ ਆਖਿਆ ਵੀ ਕਿਉਂ ਤੁਸੀਂ ਇਹ ਕੰਮਾਂ 'ਚ ਪੈਣ ਛੱਡ ਦਿਓ, ਤੁਸੀਂ ਸਿੱਧੀ ਲਾਈਨ ਤੇ ਆਓ? ਨਹੀਂ ਸ਼ਾਇਦ ਆਖਿਆ ਨਹੀਂ, ਕੀ ਕਹਿੰਦੇ ਵਿਚਾਰੇ, ਘਰਦਿਆਂ ਦੀ ਗੱਲ ਕਰਦੇ ਨਾ। ਘਰਦਿਆਂ ਨੇ ਤੇ ਬਹੁਤ ਸਾਰੇ ਬੜਾ ਕੁਝ ਕਿਹਾ, ਪਰ ਨਹੀਂ, ਘਰਦਿਆਂ ਦੇ ਉਦੋਂ ਆਖੇ ਲੱਗਣ ਦੀ ਸਥਿਤੀ ਦੇ ਵਿੱਚ ਨਹੀਂ ਆ ਗਏ ਜੀ। ਘਰਦਿਆਂ ਦੇ ਮਤਲਬ ਸਗੋਂ ਕੁੱਟਮਾਰ ਕਰਨੀ ਉਲਟੀ। ਇਹਨਾਂ ਕਹਿਣਾ ਵੀ ਤੂੰ ਖਹਿੜਾ ਛੱਡ ਦੇ, ਕੁਛ ਨਹੀਂ ਤੈਨੂੰ ਮਿਲਣਾ, ਕੁਛ ਨਹੀਂ ਤੈਨੂੰ ਹਾਸਲ ਹੋਣਾ। ਪਰ ਨਹੀਂ, ਉਲਟਾ ਇਹਨਾਂ ਨੂੰ ਪੈਣਾ ਵੀ ਨਹੀਂ, ਤੁਸੀਂ ਗਲਤ ਜੇ ਅਸੀਂ ਸਹੀ ਆ। ਮੇਰੇ ਸੁਖਵਿੰਦਰ ਸਿੰਘ ਇਹਨੂੰ ਕਹਿ ਕੇ ਜਾਂਦਾ ਰਿਹਾ ਘਰਦਿਆਂ ਨੂੰ ਵੀ ਤੈਨੂੰ ਭੈਣ ਮੈਂ ਵਾਧੂ ਪੈਸੇ, ਤੇਰੇ ਕਮਰੇ ਮੈਂ ਆਪ ਬਣਾਉਂਗਾ, ਘਰੇ ਆਣ ਕੇ ਤੇਰੇ ਕਮਰੇ ਬਣਾਉਂਗਾ, ਮੇਰੇ ਕੋਲ ਲਿਖਾ ਲਓ, ਫਲਾਨ ਕਰ ਲਓ, ਰਵੀ ਨੂੰ ਮੇਰੇ ਨਾਲ ਭੇਜ ਦਿਓ। ਤੇ ਮੁੜ ਕੇ ਕੁਝ ਕੋਈ ਲਿਖਣਾ। ਮੈਂ ਹਾਂ ਸਰ, ਮੇਰੇ ਕੋ ਇੱਕ ਵਾਰੀ ਕਹਿੰਦਾ ਤੇਰੇ ਉੱਪਰ ਉਹਨਾਂ ਪੈਸੇ ਬੜੇ ਆਉਣੇ ਆ, ਤੂੰ ਸਾਨੂੰ ਫਲਾਨਾ ਕੰਮ ਕਰਾ ਦੇ, ਤੇਰੇ ਤੋਂ ਉੱਤੋਂ ਪੈਸੇ ਆ ਰਹੇ ਸਰਕਾਰ ਲਈ। ਮੈਂ ਮਿੰਟੋ ਮਿੰਟੀ ਉਹ ਕੰਮ ਕਰਾਤਾ। ਮੁੜ ਕੇ ਮੈਨੂੰ 2-3 ਮਹੀਨੇ ਮੇਰਾ ਫੋਨ ਨਹੀਂ ਚੁੱਕਿਆ ਜੀ। ਕੀ ਕੰਮ ਸੀਗਾ? ਕੰਮ ਹੈਰੋਇਨ ਦਾ ਜੀ, ਵੀ ਫੜਾਉਣ ਦਾ। ਕਿੰਨੀ ਫੜਾਈ ਸੀ ਉਦੋਂ? ਮੈਂ ਸਰ ਫੜਾਈ ਇਹਨਾਂ ਨੂੰ 1 ਕਿਲੋ। 1 ਕਿਲੋ? ਹਾਂਜੀ। ਕਿੰਨੀ ਕੀਮਤ ਹੁੰਦੀ ਹੈ 1 ਕਿਲੋ ਦੀ? 1 ਕਿਲੋ ਦੀ ਸਰ ਇਸ ਵਕਤ ਜਾਰੀਆਂ ਤੇ 1.5 ਕਰੋੜ ਰੁਪਏ ਕੀਮਤ। 1.5 ਕਰੋੜ? ਹਾਂਜੀ। ਉਹ ਤੁਸੀਂ ਫੜਵਾਈ ਸੀ? ਹਾਂਜੀ ਫੜਾਈ ਜੀ। ਪਰ ਇਹਨਾਂ ਨੇ ਕੁਝ ਦਿੱਤਾ ਨਹੀਂ? ਕੁਛ ਨਹੀਂ ਦਿੱਤਾ ਜੀ। ਅੱਜ ਕਿਲੋ ਜਿੰਨਾ ਵੀ ਮੈਂ ਮਤਲਬ ਕੇ ਕੰਮ ਕੀਤਾ, 50 ਕਿਲੋ ਹੈਰੋਇਨ ਦੀ ਰਿਕਵਰੀ ਮੇਰੀ ਹੈਗੀ ਆ ਜੀ। 50 ਕਿਲੋ? ਹਾਂਜੀ, 50 ਕਿਲੋ ਦੀ। 50 ਕਰੋੜ ਰੁਪਏ ਤੋਂ ਉੱਤੇ ਦੀ ਤੁਸੀਂ ਸਾਡੇ ਨੂੰ ਫੜਾਈ? ਹਾਂਜੀ ਫੜਾਈ ਹੈ ਜੀ। ਪਰ ਇਹਨਾਂ ਨੇ ਕੁਛ ਨਹੀਂ ਰੁਪਈਆ ਨਹੀਂ ਦਿੱਤਾ ਜੀ। ਉਲਟੇ ਜਦੋਂ ਇਹਨਾਂ ਕੋ ਮੰਗੇ ਤੇ ਇਹਨਾਂ ਨੇ ਗਾਲ ਮੰਦਾ ਹੀ ਦਿੱਤਾ ਜੀ। ਗਾਲ ਮੰਦਾ ਦਿੱਤਾ? ਹਾਂਜੀ। ਵੱਧ ਤੋਂ ਵੱਧ ਕਿੰਨੀ ਹੈਰਨ ਫੜਾਈ ਹੈ ਤੁਸੀਂ? ਵੱਧ ਤੋਂ ਵੱਧ ਸਰ 50 ਕਿਲੋ ਨਹੀਂ, ਇੱਕ ਵਾਰੀ ਦੇ ਵਿੱਚ? ਇੱਕ ਵਾਰੀ ਦੇ ਵਾਰੀ 16 ਕਿਲੋ ਜੀ। 16 ਕਿਲੋ ਵਾਲੀ? ਹਾਂਜੀ। 5 ਕਿਲੋ, ਕਿਲੋ, 2 ਕਿਲੋ, ਕਿਲੋ, 2 ਕਿਲੋ, ਅੱਧਾ ਕਿਲੋ, ਇਦਾਂ ਫੜਾਈ ਹੈ। ਬਸ ਬਦਲੇ ਤੁਹਾਨੂੰ ਚਿੱਟਾ ਹੀ ਮਿਲਿਆ, ਵੀ ਚਿੱਟਾ ਲਾ ਲਓ? ਚਿੱਟਾ ਹੀ ਮਿਲਿਆ ਬਦਲੇ ਦੇ ਵਿੱਚ ਜੀ, ਵੀ ਆਪ ਲਾਓ ਤੇ ਹੋਰ ਵੀ ਜੇ ਇੱਕ ਅੱਧੇ ਹੈਗੇ ਤੇ ਘੇਰ ਕੇ ਲਿਆਓ ਬੰਦੇ, ਮੁਖਬਰ ਦਓ। ਹਾਂਜੀ। ਮੈਂ ਸਰ ਬੜਿਆਂ ਦੇ ਪੇਸ਼ ਹੋਇਆ, ਦਈਆ ਜੀ ਕੋਲੇ ਮੈਂ ਪੇਸ਼ ਹੋਇਆ ਜਾ ਕੇ, ਵੀ ਸਾਰਾ ਗੱਲ ਆ, ਉਹਨਾਂ ਵੀ ਕੋਈ ਨਹੀਂ ਮੇਰੀ ਸੁਣੀ ਜੀ। ਸਰਦਾਰ ਕਮਲਜੀਤ ਸਿੰਘ ਔਲਖ, ਉਹਦੇ ਕੋ ਕੱਲ ਨੂੰ ਆਈ ਕਾਕਾ, ਉਹਦੇ ਕੋ ਜਾਣਾ, ਉਹਨਾਂ ਵੀ ਕੋਈ ਨਹੀਂ ਸੁਣੀ ਜੀ। ਬਸ ਉਲਟਾ ਵੀ ਨਿਕਲ ਜਾ ਤੂੰ ਭੈਣ ਚੋ ਮੁਖਬਰ, ਚੱਲ ਜਾ ਟੋਟ ਭੈਣ ਚੋ, ਨਿਕਲੇ ਟੁੱਟ ਜਾ, ਅੱਜ ਦਫ਼ਤਰ ਦੇ ਬੂਹੇ ਅੱਗੇ ਨਿਕਲ ਆਉਂਦੇ ਨੇ। ਨਾਲੇ ਤਾਂ ਡਾਊਟੀ ਕਰਵਾ ਲੈਂਦੇ ਸੀ ਤੇ ਨਾਲੇ ਫਿਰ ਗਾਲਾਂ ਕੱਢਦੇ ਜੀ। ਪਰ ਅੱਜ ਸਰ ਖੁਦ ਨੂੰ ਪਛਤਾਵਾ ਬਹੁਤ ਜ਼ਿਆਦਾ। ਮੇਰੀ ਤਾਂ ਉੱਦਾਂ ਸਰ ਇੱਕ ਉਮੀਦ ਸੀ ਕਿ ਇੰਨੇ ਮੈਂ ਕੋਈ ਇਹ ਨਹੀਂ ਕੰਮ ਕੀਤਾ ਵੀ ਚਾਹੇ ਵੀ ਕਿੱਦਾਂ, ਵੀ ਮੇਰੇ ਵੀ ਧਿਆਨ 'ਚ ਹੋਈ ਜਿੱਦਾਂ ਇਹ ਕਹਿ ਕੇ ਤੁਰਿਆ ਹੈ ਵੀ ਤੁਸੀਂ ਵੱਧ ਕੰਮ ਕਰੋ, ਵੀ ਤੁਹਾਨੂੰ ਇਹ ਦੇਵਾਂਗੇ,
ਤੇ ਕੁਝ ਤੁਹਾਡੇ ਜਿਹੜਾ ਭਲਾ ਹੋਊਗਾ। ਤੇ ਨਾ ਮੈਂ ਤੇ ਸੋਚਦਾ ਵੀ ਭਲਾ ਵੀ ਕੋਈ ਨਹੀਂ ਹੋਇਆ ਤੇ ਨਾ ਕੁਝ ਮਿਲਿਆ, ਕੁਝ ਨਹੀਂ ਹੋਇਆ ਜੀ। ਚਿੱਟਾ ਫੜ ਕੇ ਮਤਲਬ ਫੜਿਆ ਵੀ ਜਾਂਦਾ ਸੀ ਤਾਂ ਉਹ ਛੋਟਿਆਂ ਤੇ ਪੈ ਜਾਂਦਾ ਸੀ, ਵੱਡੇ ਵਪਾਰੀ ਵੱਜ ਜਾਂਦੇ। ਵੱਡੇ ਵਪਾਰੀ ਵੱਜਦੇ ਸਰ, ਵੱਡੇ ਤੇ ਪਿਆ, ਮੈਨੂੰ ਕੋਈ ਵੀ ਕਵੇ ਵੀ ਵੱਡੇ ਤੇ ਪਿਆ ਵਾ, ਕੋਈ ਵਿਖਾ ਦੇ, ਕਿਸੇ ਤੇ ਨਹੀਂ ਵੱਡੇ ਤੇ ਪੈਂਦਾ ਸਰ। ਪੈਂਦਾ ਤੇ ਪੈਂਦਾ, ਛੋਟੇ ਤੇ ਪੈਣਾ ਜੀ। ਉਲਟਾ ਤੁਹਾਡਾ ਨਾਂ ਲੈ ਜਾਂਦੇ ਸੀ ਵੀ ਇਹਨੇ ਫੜਾਇਆ। ਹਾਂਜੀ, ਉਲਟਾ ਮੇਰਾ ਨਾਂ ਲੈਂਦੇ ਰਹੇ, ਜਿੱਥੇ ਜਿੱਥੇ ਵੀ ਇਹ ਸੁਖਵਿੰਦਰ ਸਿੰਘ ਆਪ ਦੱਸ ਕੇ ਆਉਂਦਾ ਰਿਹਾ ਵੀ ਇਹ ਬੰਦਾ ਵਾ ਤੁਹਾਨੂੰ ਫਸਾਉਣ ਵਾਲਾ। ਨਾਲੇ ਫੜਵਾ ਦਿੰਦਾ, ਹਾਂਜੀ, ਨਸ਼ਰ ਕਰਦਾ ਰਿਹਾ ਮੈਨੂੰ, ਆਪ ਨਸ਼ਰ ਨਾਲੇ ਕੰਮ ਕਰਾ ਲੈਂਦਾ ਸੀ। ਨਾਲੇ ਕੰਮ ਕਰਾਉਂਦਾ ਸੀ ਜੀ। ਇਹਨੇ ਬਹੁਤ ਜ਼ਿਆਦਾ ਧੱਕਾ ਕੀਤਾ ਮੇਰੇ ਨਾਲ ਜੀ। ਤੇ ਕੋਈ ਮੈਂ ਤੇ ਸਰ ਮਾਨਯੋਗ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਵੀ ਇਹੀ ਕਹੂੰਗਾ ਕਿ ਮੇਰਾ ਕੁਛ ਨਾ ਕੁਛ ਸੋਚਿਆ ਜਾਵੇ ਜੀ। ਮੈਂ ਕਿੱਥੇ ਜਾਵਾਂ ਹੁਣ ਇਹਦੋਂ ਗਾਂ, ਤੇ ਜੇ ਮੈਨੂੰ ਹੁਣ ਨਾ ਕੁਛ ਸੋਚਿਆ ਗਿਆ ਤੇ ਮੇਰੇ ਬੱਚਿਆਂ ਦੀ ਤੇ ਮੇਰੀ ਮੌਤ ਹੀ ਹੈ ਜੀ। ਕਿਉਂਕਿ ਕਈ ਬੰਦੇ ਪੈਂਦੇ ਆ ਮਾਰਨ ਵਾਸਤੇ, ਜਿਨ੍ਹਾਂ ਨੂੰ ਫੜਾਇਆ ਜੇ ਉਹ ਕਹਿੰਦੇ ਵੀ ਨਹੀਂ ਛੱਡਣਾ ਤੈਨੂੰ। ਕੋਈ ਕਹਿੰਦਾ ਉੱਥੇ ਆ ਕੇ ਮਾਰੂ, ਕੋਈ ਕਹਿੰਦਾ ਉੱਥੇ ਆ ਕੇ ਮਾਰੂ, ਨਿੱਤ ਨਵੀਂ ਤੋਂ ਨਵੀਂ ਧਮਕੀ ਮਿਲਦੀ। ਇਹ ਵੀ ਨਹੀਂ ਫਿਰ ਕੋਈ ਮੋਬਾਈਲ ਦੇ ਵਿੱਚ ਧਮਕੀ ਦੇਵੇ, ਕੋਈ ਪਤਾ ਹੋਵੇ ਇੱਦਾਂ ਕਿ ਮੈਂ ਇੱਕ ਦਿਨ ਮੈਂ ਤੇ ਮੇਰੇ ਘਰ ਦੇ ਜਾ ਰਿਹਾ ਤਰਨ ਤਾਰਨ ਜੀ, ਤੇ ਮਗਰ ਘਰ ਦੇ ਬੈਠਿਆਂ ਦੇ ਸਾਡੇ ਨਾਲ ਮੋਟਰਸਾਈਕਲ ਕਰਕੇ ਕਹਿੰਦੇ ਵੀ ਬਸ ਕੱਢ ਲਾ 2-4 ਦਿਨ, ਖਾ ਪੀ ਲੈ ਜੋ ਖਾਣਾ ਪੀਣਾ, ਤੇਰੇ ਬਸ ਸਮਾਂ ਨੇੜੇ ਆ ਗਿਆ। ਇਹ ਘਰ ਦੇ ਮੇਰੇ 2-3 ਦਿਨ ਰੋਟੀ ਨਹੀਂ ਖਾਧੀ ਵਿਚਾਰਿਆਂ। ਮੈਂ ਫਿਰ ਆਪਦੇ ਸਹੁਰੇ ਕਦੀ ਲੈ ਕੇ ਕਦੀ ਕਿਤੇ ਘੁੰਮਦਾ ਰਿਹਾ ਵੀ ਦਿਲ ਰੱਖਣ ਵਾਸਤੇ, ਘਰੋਂ ਬਘਰ ਸੁੱਤਾ ਰਿਹਾ ਤੇ ਇਦਾਂ ਡਰਦੇ ਸਰ, ਬੜਾ ਡਰਦੇ ਜੀ। ਅੱਜ ਵੀ ਕਿਤੇ ਮਾੜਾ ਜਿਹਾ ਤੁਹਾਡੇ ਸਾਹਮਣੇ ਨਿੱਦਰਾ, ਕੋਈ ਕੰਧ ਨਹੀਂ, ਕੌਲਾ ਨਹੀਂ, ਕਿਹੜਾ ਕੁੱਤਾ ਵੀ ਭੌਂਕਦਾ ਸਾਰੀ ਰਾਤ, ਉੱਦਾਂ ਜਾਗਦਿਆਂ ਦੀ ਲੰਘ ਜਾਂਦੀ ਆ। ਕਿਤੇ ਹੀ ਆ ਦਿਨ ਚੜੇ ਜਾ ਕੇ ਨੀਂਦ ਆਉਣੀ, ਨਹੀਂ ਤੇ ਜਾਗਦਿਆਂ ਦੁਸ਼ਮਣੀਆਂ ਵੈਰ ਇਹੀ ਖੱਟੇ ਹੈ, ਇਹੀ ਖੱਟੇ ਜੀ, ਦੁਸ਼ਮਣੀ ਵੈਰ। ਬਸ ਜਿਵੇਂ ਕਹਿੰਦੇ ਪੁਲਿਸ ਦੇ ਟਾਊਟ ਦੀ ਬਾਬੂ ਰਾਜ ਵਾਲੀ ਕਹਿੰਦੇ ਉਮਰ ਬੜੀ ਥੋੜੀ ਹੁੰਦੀ ਹੈ। ਥੋੜੀ ਬਿਲਕੁਲ ਜੀ, ਬਿਲਕੁਲ ਸਹੀ ਕਿਹਾ, ਬਿਲਕੁਲ ਹੀ ਸਹੀ, ਬਹੁਤ ਘੱਟ ਉਮਰ ਹੁੰਦੀ ਸਰ। ਇਹ ਅੱਛਾ, ਇੱਕ ਗੱਲ ਦੱਸਿਓ, ਤੁਹਾਡੇ ਨਾਲ ਹੋਰ ਵੀ ਕੋਈ ਮੁਖਬਰ ਹੁੰਦੇ ਸੀ ਜਿਹਨਾਂ ਨੂੰ ਤੁਸੀਂ ਜਾਣਦੇ ਹੋ? ਬਹੁਤ ਜ਼ਿਆਦਾ ਸਰ, ਬਹੁਤ ਹੀ ਜ਼ਿਆਦਾ। ਸਭ ਦੀ ਹਾਲਤ ਇਸੇ ਕਹਿੰਦੇ ਸਾਰੀ ਹਾਲਤ ਇਹੋ ਜੀ ਸਰ, ਬਿਲਕੁਲ ਹੀ ਹਾਲਤ ਇਹੋ ਜੀ। ਮੇਰੇ ਨਾਲ ਇੱਕ ਹੁੰਦਾ ਹੈ ਬੀਰੂ ਭੱਡੇ ਦਾ, ਮੈਤੇ ਚੌਂਕ ਦੇ ਲਾਗੇ ਪਿੰਡ ਵੱਡ ਕਹਿੰਦੇ ਇਹਨੂੰ ਜੀ, ਉਹਦਾ ਵੀ ਹਾਲ ਇਹੋ ਹੀ ਹੋਇਆ। ਉਹ ਵੀ ਇਦਾਂ ਚਿੱਟੇ ਦਾ ਟੀਕਾ ਲਾ ਕੇ ਪੁਲਿਸ ਕੋਲ ਲੈ ਕੇ ਮਰ ਗਿਆ ਜੀ। ਮਤਲਬ ਪੁਲਿਸ ਦੇ ਮੁਖਬਰ ਜਿਹੜੇ ਅੱਜ ਵੀ ਕੰਮ ਕਰ ਰਹੇ ਆ, ਉਹਨਾਂ ਨੂੰ ਮਤਲਬ ਤੁਸੀਂ ਕੀ ਕਹਿਣਾ ਚਾਹੋਗੇ ਭਾਈ ਵੀ ਕੀ ਇੱਧਰ ਫਾਇਦਾ ਕਿ ਨਹੀਂ? ਨਾ ਜੀ ਨਾ, ਮੈਂ ਤੇ ਕੰਨਾਂ ਨੂੰ ਹੱਥ ਲਾ ਕੇ ਕਹੂੰਗਾ ਵੀ ਪਿੱਛੇ ਹਟ ਜਾਓ ਚੁੱਪ ਕਰਕੇ, ਵੀ ਕੋਈ ਫਾਇਦਾ ਨਹੀਂ ਜੇ, ਕੋਈ ਤੁਹਾਨੂੰ ਇਹਦੇ ਵਿੱਚੋਂ ਲਾਭ ਨਹੀਂ ਜੇ। ਚੁੱਪ ਕਰਕੇ ਜੋ ਵੀ ਹੁੰਦਾ ਫਿਰ ਅੱਖਾਂ ਬਿੱਲੀ ਵਾਂਗੂ ਮੀਟ ਲਓ, ਕੋਈ ਫਾਇਦਾ ਨਹੀਂ ਜੇ। ਨਾ ਕਰੋ ਮੁਖਬਰੀ, ਨਾ ਕਰੋ ਮੁਖਬਰੀ ਜੀ। ਕਹਿੰਦੇ ਕੁਝ ਹੋਰ ਆ ਤੇ ਕਰਦੇ ਕੁਝ ਹੋਰ ਜੀ। ਜਿਹਦੀ ਤੁਸੀਂ ਮੁਖਬਰੀ ਕੀਤੀ ਉਹ ਸਿਪਾਹੀ ਤੋਂ ਨੇ ਤਰੱਕੀ ਕੀਤੀ ਕਿ ਉਹ ਵੀ ਤੁਹਾਡੇ ਨੂੰ ਉੱਥੇ ਨਹੀਂ ਜੀ ਨਹੀਂ, ਸਿਪਾਹੀ ਤੋਂ ਅੱਜ ਥਾਣੇਦਾਰ ਬਣ ਗਿਆ ਜੀ। ਜੀ ਬਿਲਕੁਲ, ਅੱਜ ਥਾਣੇਦਾਰ ਬਣ ਗਿਆ। ਤੁਸੀਂ ਥੱਲੇ ਜਾ ਗਏ? ਹਾਂਜੀ, ਮੈਂ ਭਿਖਾਰੀ ਬਣ ਗਿਆ ਜੀ, 2 ਥਾਣੇਦਾਰ। ਹਾਂਜੀ ਹਾਂਜੀ ਸਰ। ਇੱਕ ਫਿਰ ਮੈਂ ਤੇ ਮੇਰੇ ਨਾਲ ਜੋ ਵੀ ਹੋਈ ਆ ਮਤਲਬ ਕਿ ਬਸ ਵਧੀਆ। ਇੱਥੋਂ ਸਰ ਇੱਥੋਂ ਕਿਸੇ ਦੇ ਮਤਲਬ ਕਿ ਸਮਾਨ ਫੜਿਆ ਗਿਆ, ਉੱਥੋਂ ਮੇਰੇ ਘਰੇ 2-3 ਵਾਰੀ ਗੋਲੀ ਚੱਲੀ ਜੀ। ਇਹ ਤੋਂ ਘੱਟੋ ਘੱਟ 10 ਦਿਨ ਮੈਂ ਆਪਦੇ ਘਰੇ ਨਹੀਂ ਵੜਿਆ ਜੀ। ਫਿਰ ਜਦੋਂ ਮੈਂ ਆਉਣਾ ਉਹਨਾਂ ਬੰਦਿਆਂ ਨੇ ਆਣ ਕੇ ਪੈਣਾ ਮੇਰੇ ਗਲ, ਇੱਥੇ ਮੈਂ ਭੱਜ ਕੇ ਬਚਿਆ ਜੀ। ਉਹ ਮਗਰ ਮੇਰੇ ਗੋਲੀਆਂ ਮਾਰਦੇ, ਉਹਨੂੰ ਵੀ ਸੁਖਵਿੰਦਰ ਸਿੰਘ ਨੇ, ਇਹਨੇ ਆਪ ਹੀ ਛਿਛਕਾਰ ਕੇ ਬੰਦੇ ਨੇ ਘੱਲਿਆ ਵੀ ਜਾ ਫੜਾਇਆ ਤੈਨੂੰ ਰਵੀ ਨੇ, ਕਰਦੇ ਜੋ ਕਰਨਾ ਇਹਨੂੰ, ਆਪ ਖੁਦ ਕਹਿਤਾ ਜੀ। ਤੇ ਉਹ ਵੀ ਇਹਦਾ ਰਿਸ਼ਤੇਦਾਰ। ਫਿਰ ਸੁਖਵਿੰਦਰ ਸਿੰਘ ਨੇ ਇਹੋ ਜਿਹੇ ਕੰਮ ਕੀਤੇ, ਇਹ ਜਿੰਨੀ ਹੈਰੋਇਨ ਹੁੰਦੀ ਸੀ ਉਹ ਵੇਚਦਾ ਰਿਹਾ ਸਰ, ਆਪ ਵੇਚ ਦੇਣੀ ਉਧਰੋਂ ਲੈ ਕੇ। ਇਹ ਜਿੰਨਾ ਬੰਦਿਆਂ ਨੂੰ ਵੇਚਦਾ ਰਿਹਾ, ਖੁਦ ਅੰਗਰੇਜ਼ ਸਿੰਘ ਹੁੰਦਾ ਇਹਦੀ ਕੋਈ ਰਿਸ਼ਤੇਦਾਰ ਹੈ ਜੀ ਲੋਕੇ ਪਿੰਡ ਦਾ, ਉਹਨੂੰ ਇਹਨੇ ਨਾਲ ਲੈ ਕੇ ਤੇ ਵੇਚ ਦਿੰਦਾ ਰਿਹਾ ਜੀ। ਮੈਨੂੰ ਕਹਿੰਦਾ ਹੁੰਦਾ ਵੀ ਵੇਚ ਮੇਰੇ ਤਾਂ ਕੰਮ ਕਰ, ਮੈਂ ਕਿਹਾ ਮੈਂ ਇਹੋ ਜਿਹਾ ਕੰਮ ਨਹੀਂ ਕਰਨਾ। ਤੇ ਮੈਨੂੰ ਕਹਿੰਦਾ ਹੈ ਵੀ ਜੇ ਤੂੰ ਇਹੋ ਜਿਹੀਆਂ ਗੱਲਾਂ ਕੋਈ ਮੂੰਹ ਖੋਲਿਆ ਕਿਸੇ ਦੇ ਤੇ ਤੇਰੇ ਮੈਂ ਗੋਲੀਆਂ ਹੋ ਜੇ, ਤੇਰੇ ਮੈਂ ਗੁਪਤ ਥਾਂ ਗੋਲੀਆਂ ਮਾਰੂੰਗਾ। ਹਾਂਜੀ, ਮਤਲਬ ਪੁਲਿਸ ਖੁਦ ਵਕਾਉਂਦੀ ਹੈ ਜਦੋਂ ਫੜਿਆ ਹੋ ਜਾਂਦਾ? ਹਾਂਜੀ, ਵਕਾਉਂਦੀ ਜੀ, ਵਕਾਉਂਦੀ। ਖਾਸ ਕਰਕੇ ਇਹ ਤੇ ਵਕਾਉਂਦਾ ਹੀ ਰਿਹਾ ਜੀ, ਸੁਖਵਿੰਦਰ ਸਿੰਘ ਤੇ ਵਕਾਉਂਦਾ ਰਿਹਾ। ਜਿੰਨਾ ਇਹਨੇ ਫੜਿਆ ਅੱਜ ਇਹਨੇ ਕਈ ਕੁਝ ਕੀਤਾ ਵਾ, ਇਹ ਵਕਾਉਂਦਾ ਰਿਹਾ ਵਾ ਜੀ। ਬਿਲਕੁਲ। ਤੇ ਤੁਸੀਂ ਆਹ ਸਰੂਪ 'ਚ ਕਦੋਂ ਆਏ? ਮੈਨੂੰ ਸਰ ਇਹ ਸਰੂਪ ਤੇ
ਮਹਾਰਾਜ ਨੇ ਕਿਰਪਾ ਕੀਤੀ, ਮੈਨੂੰ 3 ਸਾਲ ਹੋਏ ਜੀ। ਮੇਰੇ ਮਤਲਬ ਕਿ ਮਾਨਯੋਗ ਇੱਕ ਸੰਤ ਆ ਜੀ ਪਿੰਡ ਸੇਰੋਂ ਤੋਂ, ਡਾਕਟਰ ਸਲਵਿੰਦਰ ਸਿੰਘ ਜੀ, ਬਹੁਤ ਹੀ ਮਹਾਰਾਜ ਦੀ ਕਿਰਪਾ ਉਹਨਾਂ ਤੇ, ਵੀ ਉਹਨਾਂ ਦਾ ਮੈਂ ਸ਼ਾਇਦ ਮਰ ਕੇ ਵੀ ਨਹੀਂ ਦੇਣ ਦੇ ਸਕਦਾ ਜਿਨ੍ਹਾਂ ਨੇ ਮੇਰੇ ਲਈ, ਉਹਨਾਂ ਨੇ ਮੇਰਾ ਸਭ ਕੁਝ ਤਿਆਗ ਕੇ ਤੇ ਮੈਨੂੰ ਮਤਲਬ ਕਿ ਸਿੱਧੇ ਰਾਹ ਪਾਤਾ ਜੀ। ਹਾਂਜੀ, ਮੈਂ ਸਾਰੀ ਉਮਰ ਲਈ ਉਹਨਾਂ ਦਾ ਮਤਲਬ ਕਿ ਰਿਣੀ ਰਹੂੰਗਾ। ਹਾਂਜੀ, ਮਤਲਬ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ, ਉਹਨਾਂ ਲੋਕਾਂ ਨੂੰ, ਸਾਰਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜੋ ਅੱਜ ਵੀ ਇਹ ਚੀਜ਼ 'ਚ ਫਸੇ ਹੋਏ ਆ, ਤੇ ਨਾਲ ਹੀ ਸਰਕਾਰ ਨੂੰ ਕੀ ਅਪੀਲ ਕਰਨੀ? ਮੈਂ ਸਰਕਾਰ ਨੂੰ ਅਪੀਲ ਇਹ ਕਰੂੰਗਾ ਸਰ, ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ, ਕਿ ਇਹਨਾਂ ਦੀ ਬਲਕਿ ਕੋਈ ਨਾ ਕੁਝ ਕੀਤਾ ਜਾਵੇ ਜੀ, ਤੇ ਕੁਝ ਮੇਰਾ ਵੀ ਕੀਤਾ ਜਾਵੇ, ਤੇ ਨਸ਼ੇ ਤੇ ਪਾਬੰਦੀ ਲਾਈ ਜਾਵੇ ਜੀ। ਵੱਸੋ ਵੱਧ ਜਿਹੜੇ ਮਾਵਾਂ ਦੇ ਪੁੱਤ ਟੀਕੇ ਲਾਲਾ ਮਰਦੇ ਜਾਂਦੇ ਆ, ਤੇ ਬਹੁਤ ਹੀ ਜ਼ਿਆਦਾ ਮੰਦਾ ਹਾਲ ਆ। ਮੈਂ ਤੇ ਰਾਤ ਦਿਨ ਅਰਦਾਸਾਂ ਹੀ ਇਹੀ ਸਰ ਕਰਦਾ ਵਾਂ ਕਿ ਇਸ ਚੀਜ਼ ਤੋਂ ਬਚੋ ਬਚੋ ਬਚੋ। ਤੇ ਮੈਂ ਕਹਿੰਦਾ ਵੀ ਜੋ ਵੀ ਪ੍ਰਸ਼ਾਸਨ ਦੇ, ਪੁਲਿਸ ਦੇ, ਕੋਈ ਪੱਚੇ 'ਚ ਨਾ ਆਵੇ ਬੰਦਾ ਜੀ, ਜਾਣ ਬੁੱਝ ਕੇ ਨਸ਼ੇ ਦੇ ਚੱਕਰ 'ਚ ਵੀ ਕੋਈ ਮੁਖਬਰ ਪੁਲਿਸ ਦੇ ਚੱਕਰ 'ਚ ਨਾ ਆਵੇ, ਵੀ ਜੇ ਨਸ਼ਾ ਦਿੰਦੇ ਵੀ ਆ ਕਵੇ ਵੀ ਮੈਂ ਨਸ਼ਾ ਨਹੀਂ ਲੈਣਾ ਤੇ ਮੈਂ ਮੁਖਬਰੀ ਨਹੀਂ ਕਰਨੀ। ਇਹ ਨਸ਼ਾ ਲਵਾ ਕੇ ਮੁਖਬਰੀ ਕਰਾ ਕੇ ਬਾਅਦ 'ਚ ਵੀ ਛਿੱਤਰ ਮਾਰਦੇ ਜੇ, ਕੁੜੀਆਂ ਦੀਆਂ ਗਾਲਾਂ ਦਿੰਦੇ ਜੇ। ਲੋਕੀ ਸਹੀ ਆ, ਸੱਚ ਕਹਿੰਦੇ ਹੁੰਦੇ ਸੀ ਸਿਆਣੇ, ਮੈਨੂੰ ਮੇਰੇ ਵੱਡੇ ਕਹਿੰਦੇ ਸੀ, ਸਾਰੇ ਕਹਿੰਦੇ ਸੀ ਵੀ ਇਹ ਮੁਖਬਰੀ 'ਚੋਂ ਪਿੱਛੇ ਹਟ ਜਾ, ਇਹ ਤੈਨੂੰ ਕੁੜੀ ਦੀ ਗਾਲ ਤੋਂ ਸਵਾ ਤੇ ਪੁੱਤ ਪਟਾਉਣ ਤੋਂ ਸਵਾ ਕੁਛ ਨਹੀਂ ਮਿਲਣਾ ਜੀ। ਹਾਂਜੀ, ਉਹ ਕੁਝ ਵਾਪਰਿਆ ਜੀ। ਹੁਣ ਤੇ ਮੈਂ ਕਹਿਣਾ ਚਾਹੂੰਗਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ, ਮਾਨ ਸਾਹਿਬ ਨੂੰ, ਵੀ ਮਹਾਰਾਜ ਸਾਡਾ ਕੋਈ ਨਾ ਕੁਝ ਕਰੋ, ਭੁੱਖੇ ਮਰਨ ਡਏ ਆ, ਕੰਮ ਕਰ ਨਹੀਂ ਸਕਦੇ, ਕੁਛ ਸਿਰ ਤੇ ਛੱਤ ਨਹੀਂ ਗੀ, ਤੇ ਗਰੀਬ ਦਾ ਕੁਛ ਨਾ ਕੁਛ ਸੋਚ ਲਓ। ਵੀ ਪਤਾ ਨਹੀਂ ਮੀਂਹ ਆਉਂਦਾ ਵਾ ਤੇ ਸਾਰੀ ਰਾਤ ਉਹ ਤਰ੍ਹਾਂ ਲੰਘ ਜਾਂਦੀ ਆ ਜੀ, ਸਾਰੇ ਕਮਰੇ ਚੋਂਦੇ ਆ, ਕੋਈ ਉੱਤੇ ਲੈਣ ਨੂੰ ਰਜਾਈ ਨਹੀਂ ਗੀ, ਵੀ ਰੋਟੀ ਖਾਣ ਨੂੰ ਭਾਂਡਾ ਨਹੀਂ ਤੱਕ ਨਹੀਂ ਰਿਹਾ ਜੀ। ਇਹ ਹਾਲਾਤ ਹੋ ਗਏ ਸਰ, ਖੁਦ ਵੇਖ ਸਕਦੇ ਆ ਜੀ, ਜੋ ਵੀ ਕੁਝ ਆ ਤੁਹਾਡੀਆਂ ਅੱਖਾਂ ਦੇ ਸਾਹਮਣੇ ਸਰ, ਬਹੁਤ ਮੁਸ਼ਕਲ ਦੇ ਵਿੱਚ ਆ। ਇਹ ਤੇ ਹੁਣ ਮੁੱਖ ਮੰਤਰੀ ਸਾਹਿਬ ਹੀ ਸੋਚਣ, ਚਲੋ ਗੱਲਾਂ ਤੇ ਬਹੁਤ ਸੁਣਦੇ ਆ ਜੀ, ਉਹ ਆਹ ਕਰਨ ਡਏ, ਜਦੋਂ ਸਾਡਾ ਹੋਊਗਾ ਕੁਝ ਉਦੋਂ ਪਤਾ ਲੱਗੂਗਾ ਕਿ ਵਾਕਈ ਹੋਇਆ ਜੀ। ਇਹਨਾਂ ਕੁਝ ਕਹਿੰਦੇ ਹੋਏ ਖਿਮਾ ਦਾ ਆਜਾਜ਼ ਕਿਹਾ ਜੀ, ਕੋਈ ਗਲਤੀ ਸ਼ਲਤੀ ਮਾਫ ਜੀ। ਗੱਲਬਾਤ ਕੀਤੀ ਬਾਈ ਰਵੀ ਸਿੰਘ ਜੀ ਨਾਲ, ਰੂੜੇ ਅੰਸਲ ਪਿੰਡ ਤੋਂ ਨੇ, ਪੁਲਿਸ ਦੀ ਮੁਖਬਰੀ ਕੀਤੀ ਤਾਂ ਉਹਨਾਂ ਨੇ ਸਾਰਾ ਕੁਝ ਦੱਸਿਆ ਕਿ ਕਿਵੇਂ ਪੁਲਿਸ ਆਪਣੇ ਮੁਖਬਰ ਨੂੰ ਜਦੋਂ ਨਸ਼ਾ ਫੜਦਾ ਹੁੰਦਾ ਚਿੱਟੇ ਤੇ ਲਾਉਂਦੀ ਹੈ, ਚਿੱਟੇ ਤੇ ਲਾਉਣ ਤੋਂ ਬਾਅਦ ਉਹਨੂੰ ਚਿੱਟੇ ਤੋਂ ਸਿਵਾਏ ਕੁਝ ਨਹੀਂ ਦਿੰਦੀ। ਇਹ ਕਹਿੰਦੀ ਹੈ ਕਿ ਤੈਨੂੰ ਪੈਸੇ ਮਿਲਣਗੇ, ਤੂੰ ਸਾਨੂੰ ਵੱਡੀ ਖੇਪ ਫੜਾ, ਵੱਡਾ ਜਿਹੜਾ ਜਿੱਥੇ ਵੱਡਾ ਕੋਈ ਬਲੈਕੀ ਆ ਉਹ ਫੜਾ। ਵੱਡਾ ਬਲੈਕੀ ਫੜਦੇ ਆ, ਪਰਚਾ ਵੱਡੇ ਤੇ ਨਹੀਂ ਪੈਂਦਾ, ਛੋਟੇ ਤੇ ਪੈ ਜਾਂਦਾ ਹੈ। ਸਾਰੀਆਂ ਅੰਦਰੂਨੀ ਗੱਲਾਂ ਜਿਹੜੀਆਂ ਕਿ ਆਮ ਬੰਦੇ ਨੂੰ ਨਹੀਂ ਪਤਾ ਹੁੰਦਾ ਕਿ ਕਿਸ ਤਰੀਕੇ ਨਾਲ ਕੰਮ ਕਰਦੀ ਹੈ। ਫਿਰ ਉਹਨੇ ਇੱਕ ਇਹ ਵੀ ਚੈਲੰਜ ਕੀਤਾ ਕਿ ਬਿਨਾਂ ਮੁਖਬਰ ਤੋਂ ਪੁਲਿਸ ਨੇ ਕਦੇ ਚਿੱਟਾ ਫੜਿਆ ਹੋਵੇ, ਉਹ ਚੈਲੰਜ ਕਰਦੇ ਆ। ਸਾਰਾ ਕੁਝ ਮੁਖਬਰ ਦੇ ਰਾਹੀਂ ਹੁੰਦਾ, ਪਰ ਮੁਖਬਰ ਨੂੰ ਕੀ ਮਿਲਦਾ ਹੈ? ਧੀਆਂ ਭੈਣਾਂ ਦੀਆਂ ਗਾਲਾਂ ਤੇ ਆ ਜਲਾਲਤ ਜੋ ਇਹਨਾਂ ਨੂੰ ਮਿਲ ਰਹੀ ਹੈ। ਕੈਮਰਾ ਪਰਸਨ ਹਿਮਤਾਜ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਵਾਈਟੀ।